बिस्मिल्लाहिर्रहमानिर्रहीम अस्सलाम वालेकुम दोस्तों, एक बारी फिर प्रोग्राम ਵਿੱਚ ਤੁਹਾਨੂੰ ਸਭ ਨੂੰ ਖੁਸ਼ਾਮਦੀਦ ਕਹਿਨੀ ਆ, ਵੈਲਕਮ ਕਹਿਨੀ ਆ ਤੇ ਜੀ ਆਇਆਂ ਨੂੰ ਕਹਿਨੀ ਆ। ਨਾਲੇ ਉਮੀਦ ਕਰਨੀ ਆ ਕਿ ਤੁਸੀਂ ਸਾਰੇ ਜਿੱਥੇ ਵੀ ਹੋਵੋਗੇ ਖੁਸ਼ ਹੋਵੋਗੇ, ਰਾਜ਼ੀ ਹੋਵੋਗੇ ਤੇ ਆਪਣਾ ਬਹੁਤ ਧਿਆਨ ਰੱਖਦੇ ਹੋਵੋਗੇ। ਅੱਜ ਫਿਰ ਇੱਕ ਨਵੀਂ ਸ਼ਾਮ ਨੂੰ ਨਵੇਂ ਪਰੌਣਿਆਂ ਤੇ ਨਵੇਂ ਸਵਾਲਾਂ ਦੇ ਨਾਲ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਮਾਹਿਰ ਤਾਲੀਮ ਦੇ ਨਾਲ, ਜਾਣਾਂਗੇ ਗੱਲਾਂ ਇਲਮ ਭਰੀਆਂ। ਉਸ ਤੋਂ ਬਾਅਦ ਮਿਲਾਵਾਂਗੇ ਤੁਹਾਨੂੰ ਇੱਕ ਮੁਸੱਵਿਰ ਦੇ ਨਾਲ ਤੇ ਵੇਖਾਂਗੇ ਉਹਦੀ ਮੁਸੱਵਰੀ। ਮੁਲਾਕਾਤ ਕਰਾਵਾਂਗੇ ਪ੍ਰੋਫੈਸਰ ਡਾਕਟਰ ਸੁਗਰਾ ਸਦਫ ਨਾਲ ਤੇ ਵੇਖਾਂਗੇ ਉਹਨਾਂ ਕੋਲੋਂ ਜਾਣਾਂਗੇ ਕਿਸੇ ਬਾਬੇ ਦੇ ਹਯਾਤੀ ਦੇ ਬਾਰੇ, ਕਿਸੇ ਸੂਫੀ ਦੇ ਬਾਰੇ ਤੇ ਐਂਡ ਤੇ ਤੁਹਾਨੂੰ ਮਿਲਵਾਵਾਂਗੇ ਇੱਕ ਮਾਹਿਰ ਤਾਲੀਮ ਨਾਲ ਤੇ ਨਾਲ ਇੱਕ ਮਾਰੂਫ ਤੇ ਮੰਨੇ ਤਰਨੇ ਅਦਾਕਾਰ ਦੇ ਨਾਲ। जी बिल्कुल। और ये सारे ਜਿਹੜੇ ਪ੍ਰਾਹੁਣੇ ਨੇ, ਇਹ ਸਾਰੇ ਗੈਸਟ ਸਾਡੇ ਅੱਜ ਦੇ ਸ਼ੋਅ ਦੇ ਵਿੱਚ ਹੋਣਗੇ। ਰੱਬ ਸੋਹਣੇ ਦੇ ਕਈ ਇੱਕ ਰੰਗ ਨੇ, ਉਹਨਾਂ ਰੰਗਾਂ ਦੇ ਵਿੱਚੋਂ ਅਸੀਂ ਲੰਘਦੇ ਜਾਂਦੇ ਹਾਂ ਔਰ ਨਿਸ਼ਾਨੀਆਂ ਵੇਖਦੇ ਜਾਂਦੇ ਹਾਂ ਕਿ ਰੱਬ ਸੋਹਣੇ ਨੇ ਕਿੱਡੇ ਸੋਹਣੇ ਰੰਗ ਖਲੇਰੇ ਨੇ ਹਰ ਪਾਸੇ, ਜਿਨ੍ਹਾਂ ਵਿੱਚ ਸਰਦੀਆਂ ਦਾ ਰੰਗ, ਗਰਮੀਆਂ ਦਾ ਰੰਗ ਔਰ ਹਰ ਤਰ੍ਹਾਂ ਦੀਆਂ ਚੀਜ਼ਾਂ ਆਉਂਦੀਆਂ ਨੇ। ਫਲ ਬਦਲ ਜਾਂਦੇ ਨੇ, ਫਾਲਸਾ, ਅੰਬ, ਖੱਖੜੀਆਂ, ਦੁਆਣੇ ਆ ਗਏ, ਸਾਡੇ ਕੱਪੜਿਆਂ ਦੇ ਰੰਗ ਬਦਲ ਗਏ, ਸਾਡੀ ਰੂਟੀਨ ਥੋੜੀ ਜਿਹੀ ਬਦਲ ਗਈ ਤੇ ਇਹ ਹੋਣਾ ਚਾਹੀਦਾ। ਮੋਨੋਟਨਸ ਵੀ ਟੁੱਟਦੀ ਹੈ ਜ਼ਿੰਦਗੀ ਵਿੱਚ, ਖੁਸ਼ੀ ਵੀ ਆਉਂਦੀ ਹੈ। ਤੇ ਇਹ ਸ਼ੋਅ ਜਿਹੜਾ ਤੁਹਾਡੇ ਵਾਸਤੇ ਬੜੇ ਸੋਹਣੇ ਪ੍ਰਾਹੁਣੇ ਇਸ ਲਈ ਵੀ ਲੈ ਕੇ ਆਉਂਦਾ ਕਿ ਜ਼ਿੰਦਗੀ ਦੇ ਬਾਰੇ ਜਾਣਨ ਦਾ ਮੌਕਾ ਮਿਲਦਾ। ਤੇ ਸਾਡੇ ਸਭ ਤੋਂ ਜਿਹੜੇ ਪਹਿਲੇ ਪ੍ਰਾਹੁਣੇ ਨੇ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ, ਆਲ ਪਾਕਿਸਤਾਨ ਪ੍ਰਾਈਵੇਟ ਸਕੂਲਜ਼ ਮੈਨੇਜਮੈਂਟ ਐਸੋਸੀਏਸ਼ਨ ਦੇ ਸੈਕਟਰੀ ਜਨਰਲ ਜਨਾਬ ਪ੍ਰੋਫੈਸਰ ਅਮਜਦ ਅਲੀ ਖਾਨ ਸਾਹਿਬ ਸਾਡੇ ਨਾਲ ਮੌਜੂਦ ਨੇ ਸਟੂਡੀਓ ਵਿੱਚ। अस्सलाम वालेकुम सर, कैसी तबीयत है ਤੁਹਾਡੀ? अस्सलाम अल्हम्दुलिल्लाह जी, बिल्कुल ठीक। बड़ी खुशी हो रही है माशाल्लाह, कलरफुल सेटिंग है और अच्छा एक पंजाबी प्रोग्राम अपनी माँ बोली बड़ा ही अच्छा फील हो रहा है। ਤੇ ਸਾਡੇ ਨਾਲ ਦੂਸਰੇ ਪ੍ਰਾਹੁਣੇ ਕੌਣ ਨੇ ਸੋਨੀਆ? ਹਾਂਜੀ, ਇਹਨਾਂ ਨਾਲ ਗੱਲਬਾਤ ਦਾ ਸਿਲਸਿਲਾ ਮਜ਼ੀਦ ਅੱਗੇ ਵਧਾਵਾਂਗੇ, ਲੇਕਿਨ ਇਸ ਟਾਈਮ ਸਾਡੇ ਨਾਲ ਸਟੂਡੀਓ ਵਿੱਚ ਇੱਕ ਔਰ ਪਰੌਣੇ ਵੀ ਮੌਜੂਦ ਨੇ। ਕਹਿੰਦੇ ਨੇ ਕਿ ਅਲਫਾਜ਼ ਜੇ ਕਾਗਜ਼ ਉੱਤੇ ਬਿਖਰਨ ਤੇ ਉਹ ਬਣ ਜਾਂਦੀ ਹੈ ਕਹਾਣੀ, ਤੇ ਜੇ ਇੰਝ ਹੀ ਕੁਝ ਫਨਕਾਰ ਐਸੇ ਹੁੰਦੇ ਨੇ ਜਿਹੜੇ ਲਕੀਰਾਂ ਮੰਨਦੇ ਨੇ ਤੇ ਉਹ ਬਣ ਜਾਂਦੀ ਹੈ ਇੱਕ ਤਸਵੀਰ। ਬਿਲਕੁਲ ਤੁਸੀਂ ਸਹੀ ਸਮਝੇ। ਸਾਡੇ ਨਾਲ ਪ੍ਰੋਗਰਾਮ ਵਿੱਚ ਮੌਜੂਦ ਨੇ ਮੁਸੱਵਰ ਜ਼ਾਹਿਦ ਅਸ਼ਰਫ ਸਾਹਿਬ। अस्सलाम वालेकुम जी। ਵਾਲੇਕੁਮ ਅਸਲਾਮ। ਪ੍ਰੋਗਰਾਮ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ। जी बहुत शुक्रिया ਤੁਹਾਡਾ। ਕੀ ਹਾਲ ਹੈ ਤੁਹਾਡਾ? ਅੱਲਾ ਦਾ ਸ਼ੁਕਰ, ਬਿਲਕੁਲ ਠੀਕ। ਤੇ ਅੱਜ ਕੀ ਬਣਾ ਕੇ ਵਿਖਾਓਗੇ ਸਾਨੂੰ? ਅੱਜ ਕੋਈ ਪਿੰਡ ਦਾ ਸੀਨ ਬਣਾਵਾਂਗੇ ਕਿਉਂਕਿ ਇਹ ਪੰਜਾਬੀ ਦਾ ਪ੍ਰੋਗਰਾਮ ਹੈ ਤੇ ਪੰਜਾਬ ਦਾ ਕਲਚਰ ਜਿਹੜਾ ਸਾਡਾ ਪੁਰਾਣੇ ਛੋਟੇ ਘਰ, ਕੱਚੇ ਘਰ ਜਿਹੜੇ ਨੇ ਜਿੱਥੇ ਮੱਝਾਂ, ਗਾਵਾਂ ਜਾਂ ਲੋਕ ਦਿਹਾਤੀ ਜ਼ਿੰਦਗੀ ਗੁਜ਼ਾਰ ਰਹੇ ਨੇ, ਅਸੀਂ ਉਹਨੂੰ ਹੀ ਕੈਪਚਰ ਕਰਾਂਗੇ ਔਰ ਉਹ ਅੱਜ ਦਾ ਕਿਉਂਕਿ ਸਾਡਾ ਟਾਪਿਕ ਵੀ ਹੈ ਤੇ ਇਨਸ਼ਾਅੱਲਾ ਉਹਨੂੰ ਕੰਪਲੀਟ ਕਰਾਂਗੇ। ਚਲੋ ਠੀਕ ਹੈ, ਫਿਰ ਤੁਸੀਂ ਕਰੋ ਪੇਂਟਿੰਗ ਤੇ ਉਹਨਾਂ ਚ ਅਸੀਂ ਕਰਨੇ ਆ ਪ੍ਰੋਫੈਸਰ ਸਾਹਿਬ ਨਾਲ ਗੱਲਾਂ। ਸ਼ੁਕਰੀਆ ਜੀ। ਹੁਣ ਦੱਸੋ, ਅੱਛਾ ਮੈਂ ਤੁਹਾਡੇ ਕੋਲ ਜਿਹੜਾ ਸਵਾਲ ਕਰਾਂਗੀ ਉਹ ਇਹ ਵੇ ਕਿ ਤਾਲੀਮ ਦੇ ਬਾਰੇ 'ਚ ਤੇ ਕਰਾਂਗੀ, ਲੇਕਿਨ ਪਹਿਲੇ ਮੈਂ ਜਾਣਾਂਗੀ ਤੁਹਾਡੀ ਜ਼ਾਤ ਦੇ ਬਾਰੇ। ਅੱਜ ਤੁਸੀਂ ਇੱਥੇ ਬੈਠੇ ਹੋ, ਇੱਕ ਲੰਬੀ ਸਟਰਗਲ ਇਹਦੇ ਪਿੱਛੇ, ਉਹ ਸਾਰੀ ਸਾਡੇ ਨਾਲ ਵੰਡਦੇ ਚਲੋ। ਉਹਦੇ 'ਚ ਕੁਛ ਤੇ ਗੱਲਾਂ ਅਸੀਂ ਵੀ ਸਿੱਖਾਂਗੇ, ਸਾਡੇ ਵੇਖਣ ਵਾਲੇ ਵੀ ਸਿੱਖਣਗੇ। एक्चुअली हर इंसान की तरह मेरा भी स्टार्ट हुई सरकारी स्कूल तो होया। बिल्कुल सही। ठीक है। गवर्नमेंट हाई स्कूल मलिकवाल तो मैं मैट्रिक किया, फिर FC कॉलेज, FSC, दैन ग्रेजुएशन, पोस्ट ग्रेजुएशन और उस तो बाद फिर एजुकेशन प्लान बनन तो इंजीनियर घरों आए सी कि इंजीनियर बनांगे, लेकिन इंजीनियर नहीं बन सके, सो सोचा फिर बेहतर कि ये फिर उस्ताद बन गए। सही। फिर तालीम नू ही अपना मकसद, तालीम देन नू ही अपना मकसद बना लिया और आज अल्हम्दुलिल्लाह 26-27 साल हो गए माशाअल्लाह तकरीबन एजुकेशन के फील्ड ही बच्चों नू पढ़ाने ते और बहुत मुतमईन भी, हाँ बड़ी ਸੈਟੀਸਫੈਕਸ਼ਨ ਵੀ ਹੁੰਦੀ ਹੈ। ਸਹੀ। ਪਿਛਲੇ ਕੁਝ ਅਰਸੇ ਤੋਂ ਤਾਲੀਮ ਦੀ ਗੱਲ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਵੀ ਬੜੀ ਹੋ ਰਹੀ ਹੈ, ਹਰ ਘਰ 'ਚ ਇਸ ਲਈ ਹੋ ਰਹੀ ਹੈ ਕਿਉਂਕਿ ਪੈਂਡੈਮਿਕ ਦੇ ਦੌਰ ਦੇ ਵਿੱਚ ਸਕੂਲ ਕਦੀ ਖੁੱਲ੍ਹ ਜਾਂਦੇ ਨੇ, ਕਦੀ ਬੰਦ ਹੋ ਜਾਂਦੇ ਨੇ, ਕਦੀ ਡੇਟਸ ਅੱਗੇ ਚਲੀਆਂ ਜਾਂਦੀਆਂ ਨੇ, ਕਦੀ ਪਿੱਛੇ ਚਲੀਆਂ ਜਾਂਦੀਆਂ ਨੇ। ਤਾਂ ਸਟੂਡੈਂਟਸ ਪਰੇਸ਼ਾਨ ਬਹੁਤ ਰਹਿੰਦੇ ਨੇ ਕਿ ਪਤਾ ਨਹੀਂ ਸਾਡੇ ਪੇਪਰ ਹੋਣੇ ਨੇ, ਨਹੀਂ ਹੋਣੇ, ਆਨਲਾਈਨ ਕਲਾਸਾਂ ਕਿਵੇਂ ਹੋਣਗੀਆਂ, ਕਿਵੇਂ ਨਹੀਂ ਹੋਣਗੀਆਂ। ਜਦੋਂ ਪੈਂਡੈਮਿਕ ਆਇਆ ਉਦੋਂ ਮਤਲਬ ਅਸੀਂ ਸ਼ਾਇਦ ਉਹਦੇ ਲਈ ਉਸ ਤਰ੍ਹਾਂ ਤਿਆਰ ਮੈਡੀਕਲੀ ਵੀ ਨਹੀਂ ਸਾਂ ਔਰ ਐਜੂਕੇਸ਼ਨ ਸੈਕਟਰ ਦੇ ਵਿੱਚ ਵੀ ਨਹੀਂ ਸਾਂ ਕਿਉਂਕਿ ਸਾਡਾ ਸਿਸਟਮ ਬੜਾ ਐਨਾਲੌਗ ਹੁੰਦਾ। ਅਸੀਂ ਬਲੈਕ ਬੋਰਡ ਤੇ ਵਾਈਟ ਬੋਰਡ ਤੇ ਪੜ੍ਹਨ ਵਾਲੇ ਲੋਕ ਹਾਂ ਤੇ ਇੱਕਦਮ ਉਹਨੂੰ ਟੈਕਨੋਲੋਜੀ ਦੇ ਉੱਤੇ ਸਵਿਚ ਕਰਨਾ ਔਰ ਫਿਰ ਸਾਡੇ ਟੀਚਰਸ ਦੀ ਵੀ ਸ਼ਾਇਦ ਉਸ ਤਰ੍ਹਾਂ ਹਾਲੇ ਟ੍ਰੇਨਿੰਗ ਨਹੀਂ ਸੀ। ਤੇ ਤੁਹਾਨੂੰ ਕੀ ਲੱਗਦਾ ਕਿ ਪਿਛਲਾ ਜਿਹੜਾ ਜਦੋਂ ਦਾ ਵੀ ਇਹ ਸਿਲਸਿਲਾ ਸ਼ੁਰੂ ਹੋਇਆ ਪੈਂਡੈਮਿਕ ਦਾ ਔਰ ਹੁਣ ਤੱਕ ਨੁਕਸਾਨ ਹੋਇਆ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ, ਔਰ ਅਗਰ ਹੋਇਆ ਤੇ ਉਹ ਕਿਸ ਤਰ੍ਹਾਂ ਪੂਰਾ ਹੋ ਸਕਦਾ?
ਐਕਚੁਅਲੀ ਇਹਦੇ 'ਚ ਕੋਈ ਸੈਕੰਡ ਆਪਸ਼ਨ ਨਹੀਂ ਹੈਗੀ ਕਿ ਜਿਹਨੂੰ ਸਫਰ ਕਰਨਾ ਪਿਆ ਉਹ ਬੱਚਾ ਹੈ ਇਸ ਤਮਾਮ ਸੂਰਤ ਹਾਲ 'ਚ। ਕਿਉਂਕਿ ਅਗਰ ਤੁਸੀਂ ਸਕੂਲ ਲੈਵਲ ਤੇ ਆਓ, ਜਿਹੜਾ ਤੁਹਾਡੀ ਆਨਲਾਈਨ ਲੈਕਚਰ ਹੈ, ਆਨਲਾਈਨ ਟੀਚਿੰਗ ਹੈ, ਉਹ ਨੋ ਮੋਰ ਇਫੈਕਟਿਵ ਫॉर ਦੋਜ਼ ਮੀਨ ਸਕੂਲ ਗੋਇੰਗ ਬੱਚਾ ਜਿਹੜਾ ਉਹਨੂੰ ਉਹਦਾ ਕੋਈ ਕਨਸੈਪਟ ਨਹੀਂ ਨਾ ਉਹ ਸਮਝ Practical ਸਕਦਾ। ਨਹੀਂ ਫਿਰ ਨਾ, ਬੜਾ ਬਿਲਕੁਲ। ਮੁਸ਼ਕਿਲ ਹੁੰਦਾ ਇੱਕ ਬੱਚੇ ਲਈ ਆਪਣੇ ਉਹ ਕੰਪਿਊਟਰ ਜਾਂ ਮੋਬਾਈਲ ਦੇ ਸਾਹਮਣੇ 40 ਮਿੰਟ ਅਟੈਂਟਿਵ ਹੋ ਕੇ ਬਹਿਣਾ ਹਾਂਜੀ ਲੈਕਚਰ ਸੁਣਨ ਲਈ ਮੁਮਕਿਨ ਬਹੁਤ ਹੀ ਮੁਸ਼ਕਿਲ ਹੁੰਦਾ ਔਰ ਬੱਚੇ ਨਹੀਂ ਬੈਠਦੇ। ਫਿਰ ਇਹ ਹੀ ਪ੍ਰੈਕਟਿਸ ਛੋਟੀ ਕਲਾਸਾਂ 'ਚ ਪ੍ਰਾਇਮਰੀ ਸਕੂਲ ਲਈ ਵੀ ਇਹ ਹੀ ਇਸਤੇਮਾਲ ਕੀਤੀ ਗਈ ਹੈ ਔਰ ਉਹਦੇ 'ਚ ਕਾਫੀ ਰੁਕਾਵਟਾਂ ਵੀ ਆਈਆਂ, ਲੇਕਿਨ ਸਿਰਫ ਇਹ ਹੀ ਕਿ ਉਹ ਕਹਿੰਦੇ ਨਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕਿ ਬੱਚਿਆਂ ਨੂੰ ਇੱਕ ਸਟੇਟ ਆਫ ਮਾਈਂਡ 'ਚ ਰੱਖਿਆ ਜਾਏ ਕਿ ਭਾਈ ਤੁਸੀਂ ਪੜ੍ਹਨਾ ਹੈ, ਤੁਸੀਂ ਇਤਨੇ ਵਜੇ ਉੱਠਣਾ, ਇਤਨੇ ਵਜੇ ਲੈਕਚਰ ਹੈਗਾ ਤੁਹਾਡਾ। ਇਹ ਕੋਸ਼ਿਸ਼ ਕੀਤੀ ਗਈ ਹੈ, ਲੇਕਿਨ ਇਹ ਵੀ ਅਸੀਂ ਇਕੁਅਲੀ ਮੰਨਦੇ ਹਾਂ ਕਿ ਉਹ ਉਤਨੀ 12 ਆਵਰ ਨਹੀਂ ਗਈ, ਉਹ ਉਤਨੀ ਯਾਨੀ ਪ੍ਰੈਕਟੀਕਲ ਜਾਂ ਫਿਜ਼ੀਕਲ ਕਲਾਸ ਦਾ ਸਬਸਟੀਟਿਊਸ਼ਨ ਹੈ ਹੀ ਨਹੀਂ। ਕਿਉਂਕਿ ਜਿਸ ਤਰ੍ਹਾਂ ਤੁਸੀਂ ਕਿਹਾ ਪਹਿਲਾ ਐਕਸਪੀਰੀਅੰਸ ਸੀ ਕਿ ਉਹ ਵੱਡੇ ਬੱਚਿਆਂ ਦੀ ਤਾਂ ਸਮਝ ਆਉਂਦੀ ਹੈ, ਵਿਰਚੁਅਲ ਯੂਨੀਵਰਸਿਟੀ ਕਰਵਾ ਰਹੀ ਹੈ, ਡਿਸਟੈਂਸ ਲਰਨਿੰਗ ਹੋ ਰਹੀ ਹੈ, ਲੈਕਚਰ ਆ ਰਹੇ ਹਨ ਟੀਵੀ ਤੇ, ਆਨਲਾਈਨ ਲੈਕਚਰ, ਠੀਕ ਹੈ। ਛੋਟੇ ਬੱਚਿਆਂ ਨੂੰ ਕੋਈ ਕਨਸੈਪਟ ਨਹੀਂ ਸੀ, ਪ੍ਰਾਇਮਰੀ ਤੱਕ ਜਾਂ ਮਿਡਲ ਤੱਕ ਦੇ ਜੀ, ਬੱਚਿਆਂ ਨੂੰ। ਬਿਲਕੁਲ। ਹਾਂਜੀ ਲੇਕਿਨ ਉਹਨਾਂ ਨੂੰ ਵੀ ਥੋੜਾ ਜਿਹਾ ਹੈ ਕਿ ਕੋਸ਼ਿਸ਼ ਕੀਤੀ ਗਈ ਹੈ ਔਰ ਅਸੀਂ ਕਹਿ ਲਓ ਕੋਈ ਨਾ ਕੋਈ ਫਾਇਦਾ ਇਹਦਾ ਹੋਇਆ, ਉਹਨਾਂ ਨੂੰ ਰੈਗੂਲਰ ਰੱਖਿਆ। ਇਸ ਵਕਤ ਅਗਰ ਦੇਖਿਆ ਜਾਏ ਨਾ, ਬੱਚਾ ਹੀ ਸਭ ਤੋਂ ਜ਼ਿਆਦਾ ਡਿਸਟਰਬ ਹੈ। ਨਾ ਤੇ ਉਹ ਪ੍ਰੋਪਰ ਪੜ੍ਹਨ ਦੇ ਸਟੇਟ ਆਫ ਮਾਈਂਡ 'ਚ ਤੇ ਨਾ ਹੀ ਉਹ ਹੌਲੀਡੇ ਸਟੇਟ ਆਫ ਮਾਈਂਡ 'ਚ, ਕਿ ਅਗਰ ਅਸੀਂ ਕਹੀਏ ਉਹ ਇੱਕ ਛੁੱਟੀ ਗੁਜ਼ਾਰਨ ਵਾਲੇ ਮੂਡ 'ਚ, ਉਹ ਕਨਫਿਊਜ਼ ਜਿਹਾ ਹੈ। ਕਨਫਿਊਜ਼ ਬਿਲਕੁਲ ਸਹੀ ਹੈ ਇਸ ਟਾਈਮ। ਉਹਨੂੰ ਵਾਪਸ ਸਭ ਤੋਂ ਵੱਡਾ ਪ੍ਰੋਬਲਮ ਜਿਹੜਾ ਅਸੀਂ ਫੀਲ ਕਰ ਰਹੇ ਹਾਂ, ਜਦੋਂ ਬੱਚਾ ਵਾਪਸ ਆਏਗਾ ਉਹਨੂੰ ਉਹਦੀ ਪ੍ਰੋਪਰ ਸਟੇਟ ਆਫ ਮਾਈਂਡ 'ਚ ਲਿਆਉਣ ਲਈ ਸਾਨੂੰ ਕਾਫੀ ਟਾਈਮ ਲੱਗੇਗਾ ਰਿਦਮ ਵਿੱਚ ਲਿਆਉਣ 'ਚ। ਐਗਜ਼ੈਕਟਲੀ, ਕਿਉਂਕਿ ਸਟਿਲ ਬੱਚਾ ਇਹ ਸੋਚ ਰਿਹਾ ਹੈਗਾ ਹੋ ਸਕਦਾ ਕੱਲ ਸਕੂਲ ਫਿਰ ਬੰਦ ਹੋ ਜਾਣ। ਬਿਲਕੁਲ ਸਹੀ। ਅੱਛਾ ਇਹ ਚੀਜ਼ ਵੀ ਬੜੀ ਕਾਊਂਟ ਕਰਦੀ ਹੈ ਕਿ ਬੱਚੇ ਆਪ ਵੀ ਹੁਣ ਕਹਿੰਦੇ ਨੇ, ਮੇਰੀ ਛੋਟੀ ਸਿਸਟਰ ਹੈ ਉਹ ਵੀ ਸਕੂਲ ਗੋਇੰਗੇ, तो आप कहती है कि आप ही स्कूल कब खुलेंगे, मतलब कदों मैं स्कूल जावांगी। तो बच्चे भी मतलब इस चीज़ तो तंग आ गए ने कि मतलब छुट्टियां, लेकिन खैर गल तो उन्होंने बेहतरी आसे ਤੁਸੀਂ ਇਹ ਗੱਲ ਕੀਤੀ ਕਿ ਉਸ ਤਰ੍ਹਾਂ ਰਿਜ਼ਲਟ ਨਹੀਂ ਮਿਲਿਆ ਆਨਲਾਈਨ ਕਲਾਸ ਦਾ, ਤੇ ਤੁਸੀਂ ਜੋ ਕਿ ਉਸਤਾਦ ਹੋ, ਤੁਸੀਂ ਕੀ ਸਮਝਦੇ ਹੋ ਕਿ ਇਸ ਕਮੀ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾ ਸਕੇਗਾ? ਇੱਥੋਂ ਦੇਖੋ, ਅਗਰ ਗਵਰਨਮੈਂਟ ਨੇ ਕੁਝ ਤੇ ਓਪਨ ਕਰਤੇ ਨੇ ਸਕੂਲ ਜਿੱਥੇ ਕਰੋਨਾ ਦਾ ਜ਼ੋਰ ਘੱਟ ਹੈ, ਤਵੱਕੋ ਕੀਤੀ ਜਾਏਗੀ ਇਨਸ਼ਾਅੱਲਾ ਆਉਣ ਵਾਲੇ ਦਿਨਾਂ 'ਚ ਲਾਹੌਰ 'ਚ ਵੀ ਔਰ ਦੂਸਰੇ ਥਾਵਾਂ ਤੇ ਵੀ ਜਿੱਥੇ ਸਕੂਲ ਨਹੀਂ ਖੁੱਲੇ, ਘੱਟ ਹੋਏਗਾ ਤਾਂ ਸਕੂਲ ਖੁੱਲ ਜਾਣਗੇ। ਜਦੋਂ ਬੱਚਾ ਆਏਗਾ ਫਿਰ ਉਹਨੂੰ ਪਲਾਨ ਕੀਤਾ ਜਾਏਗਾ ਇਨਸ਼ਾਅੱਲਾ। ਉਹ ਯਕੀਨਨ ਉਸ ਤਰ੍ਹਾਂ ਤੇ ਨਹੀਂ ਚੱਲਿਆ ਜਾਏਗਾ ਨਾ ਕਿ ਪਹਿਲੇ ਜਿਸ ਤਰ੍ਹਾਂ ਰੂਟੀਨ 'ਚ ਅਸੀਂ ਚੱਲ, ਹੁਣ ਥੋੜਾ ਜਿਹਾ ਸਾਨੂੰ ਥੋੜਾ ਸਪੀਡੀ ਚੱਲਣਾ ਹੋਏਗਾ। ਉਹ ਮੈਂ ਕਿਹਾ ਨਾ ਕਿ ਬੱਚੇ ਦਾ ਮਾਈਂਡ ਨਾਲ ਲੈ ਕੇ ਚੱਲਾਂਗੇ, ਪਹਿਲੇ ਉਹਨੂੰ ਨਾਲ ਚਲਾਣਾ ਹੈ, ਪਹਿਲੇ ਉਹਦਾ ਮਾਈਂਡ ਬਣਾਉਣਾ ਹੈ, ਰੈਡੀ ਕਰਨਾ ਉਹਦਾ ਪ੍ਰੋਪਰ ਸਟੇਟ ਆਫ ਮਾਈਂਡ 'ਚ ਉਹਨੂੰ ਲਿਆਇਆ ਜਾਏਗਾ। ਪਹਿਲੇ ਸਕੂਲ ਦਾ ਔਰ ਉਸਤਾਦ ਦਾ ਇਹ ਕੰਮ ਹੋਏਗਾ ਬਿਲਕੁਲ ਕਿ ਬੱਚੇ ਨੂੰ ਬਾਵਰ ਕਰਵਾ ਦਿੱਤਾ ਜਾਏ ਕਿ ਬੇਟਾ ਨਾਓ ਯੂ ਆਰ ਇਨ ਸਕੂਲ, ਨਾਓ ਯੂ ਆਰ ਇਨ ਯੋਰ ਕਲਾਸਰੂਮ, ਤੇ ਹੁਣ ਤੁਸੀਂ ਪੜ੍ਹਨਾ ਹੈਗਾ। ਇਹ ਬੱਚਾ ਬਾਵਰ ਕਰ ਲੇਗਾ ਤਾਂ ਫਿਰ ਥੋੜਾ ਸਪੀਡ ਅਪ ਹੀ ਹੋਇਆ ਜਾ ਸਕੇਗਾ। हाँ बिल्कुल सही, बहुत ਜ਼ਰੂਰੀ ਹੈ ਤੁਹਾਡੀ ਗੱਲ। ਤੁਸੀਂ ਬਹੁਤ ਅੱਛਾ ਕਿਹਾ ਕਿ ਤਾਲੀਮ ਦੇ ਨਾਲ ਨਾਲ ਤਰਬੀਅਤ ਵੀ ਬਹੁਤ ਜ਼ਰੂਰੀ ਹੈ। ਬੜੀਆਂ ਚੰਗੀਆਂ ਤੁਸੀਂ ਗੱਲਾਂ ਕੀਤੀਆਂ, ਬੜੀਆਂ ਇਲਮ ਨਾਲ ਪੜ੍ਹੀਆਂ ਸੀ। ਫਿਰ ਤੁਹਾਨੂੰ ਕਿਸੇ ਪ੍ਰੋਗਰਾਮ ਵਿੱਚ ਦਾਵਤ ਦਾਂਗੇ, ਤੇ ਉਦੋਂ ਤੱਕ ਤੁਹਾਡਾ ਬਹੁਤ ਸ਼ੁਕਰੀਆ, ਅੱਜ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ। ਤੇ ਦੋਸਤੋ ਇੱਥੇ ਵੇਲਾ ਹੋਇਆ ਇੱਕ ਨਿੱਕੀ ਜੀ ਬ੍ਰੇਕ ਦਾ। ਅਸੀਂ ਬ੍ਰੇਕ ਤੇ ਜਾਣੇ ਆ ਤੇ ਹੁਣੇ ਆਨੇ ਆ ਤੇ ਮੁਲਾਕਾਤ ਕਰਵਾਣੇ ਆ ਤੁਹਾਡੀ ਇੱਕ ਨਵੇਂ ਪਰੋਣੇ ਦੇ ਨਾਲ। ਰਹਿਣਾ ਸਾਡੇ ਨਾਲ। जी दोस्तों, एक बार फिर असी मुड़ के वापस आ गए हैं तुहाडे अपने प्रोग्राम विच। अज दा मेहमान ते मैं तुहाडी अपनी मेज़बान सोनिया शेख। अली उस्मान बाजवा मेरे नाल मौजूद ने, नाल साडे अपने परों ने एक मुसव्वर भी साडे नाल मौजूद ने, जिहड़े फुल कॉन्सनट्रेट नाल कह लो अपनी मुसव्वरी च लगे ने। तो स्टूडियो ब्रेक तो जाने तो पहले स्टूडियो साडे नाल मौजूद सी प्रोफैसर साहब, और चले गए ने। तो हुण वेला होया है तुहाडे अपने मनपसंदीदा सैगमेंट दा, सूफी सैगमेंट दा,
ਤੇ ਬਹੁਤ ਦਿਨਾਂ ਤੋਂ ਬਾਅਦ ਤੁਹਾਡੀ ਮੁਲਾਕਾਤ ਕਰਵਾਵਾਂਗੇ ਸਾਡੀ ਆਪਣੀ ਡਾਕਟਰ ਸੁਗਰਾ ਸਦਫ ਨਾਲ। ਪ੍ਰੋਗਰਾਮ ਵਿੱਚ ਤੁਹਾਨੂੰ ਜੀ ਆਇਆਂ ਨੂੰ ਕਹਾਂਗੇ। जी बहुत शुक्रिया, बहुत शुक्रिया। ਬਹੁਤ ਸ਼ੁਕਰੀਆ, ਬੜੇ ਅਰਸੇ ਬਾਅਦ ਮੁਲਾਕਾਤ ਹੋਈ ਹੈ ਤੁਹਾਡੇ ਨਾਲ मैं भी इसलिए 2 बार शुक्रिया ਰੂਟੀਨ ਵਿੱਚ ਵਾਪਸ ਆ ਗਏ ਆ। मैं भी बड़ा मिस कर रही सी ਤੁਹਾਨੂੰ ਵੀ ਔਰ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਵੀ, ਹਾਂਜੀ। ਕਿਉਂਕਿ ਇੱਕ ਰਾਬਤਾ ਹੋ ਜਾਂਦਾ ਹੈ ਨਾ ਔਰ ਆਪਸ 'ਚ ਲੱਗਦਾ ਹੈ ਕਿ ਸ਼ਾਇਦ ਅਸੀਂ ਸਾਹਮਣੇ ਬਹਿ ਕੇ ਗੱਲਾਂ ਕਰ ਰਹੇ ਹਾਂ। ਬਿਲਕੁਲ। ਬਹੁਤ ਸਾਰੇ ਲੋਕ ਸਾਨੂੰ ਸੁਣ ਰਹੇ ਹੁੰਦੇ ਨੇ ਔਰ ਸੋਸ਼ਲ ਮੀਡੀਆ ਰਾਹੀਂ ਫਿਰ ਸਾਡੇ ਤੀਕਰ ਆਪਣੀਆਂ ਗੱਲਾਂ ਵੀ ਅਪੜਾ ਰਹੇ ਹੁੰਦੇ ਨੇ ਕਿ ਤੁਸੀਂ ਇਹ ਫਲਾਣੀ ਜਿਹੜੀ ਗੱਲ ਕੀਤੀ ਹੈ, ਸਾਰੇ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਨੇ। ਸਮ ਟਾਈਮ ਇਲਮ ਇਸੇ ਤਰ੍ਹਾਂ ਹੀ ਵੱਧਦਾ ਹੈ ਤੇ ਉਹ ਬੜਾ ਚੰਗਾ ਲੱਗਦਾ ਹੈ। ਔਰ ਈਦ ਦੀਆਂ ਨਸ਼ਰੀਆਤ, ਰਮਜ਼ਾਨ ਦੀਆਂ ਤੁਸੀਂ ਬੜੀਆਂ ਸੋਹਣੀਆਂ ਕੀਤੀਆਂ, ਪੀਟੀਵੀ ਨੇ, ਉਹ ਵੀ ਮੈਂ ਬਾਕਾਇਦਗੀ ਨਾਲ ਤੱਕਦੀ ਰਹੀ ਹਾਂ। ਮਾਸ਼ਾਅੱਲਾ, ਅੱਲਾਹ ਸਲਾਮਤ ਰੱਖੇ। ਜੀ ਮੈਡਮ, ਬੁੱਲੇ ਸ਼ਾਹ ਨੂੰ ਸੱਦੋ ਸ਼ਾਹ ਇਨਾਇਤ ਦੇ ਬੂਹੇ, ਜਿਸ ਨੇ ਮੈਨੂੰ ਪਵਾਏ ਚੋਲੇ ਸਾਵੇ ਤੇ ਸੂਹੇ, ਜਾਂ ਮੈਂ ਮਾਰੀ ਹੈ ਅੱਡੀ ਤਾਂ ਮੈਂ ਪਾਰ ਲੰਘਈਆਂ, ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ। ਵਾਹ, ਤੇ ਇਹ ਕੀ ਕਹਾਣੀ ਹੈ, ਅੱਜ ਅਸੀਂ ਕਿਸ ਤਰ੍ਹਾਂ ਇਸ ਪਾਸੇ ਵੱਲ ਨੂੰ ਆਵਾਂਗੇ? ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਸ਼ੁਰੂ 'ਚ ਹੀ ਲੋਕਾਂ ਨੂੰ ਦੱਸ ਦੇਣਾ ਹੈ ਕਿ ਬੁੱਲੇ ਸ਼ਾਹ ਉਹਨਾਂ ਦੇ ਸ਼ਾਗਿਰਦ ਨੇ ਜਿਨ੍ਹਾਂ ਦੀ ਹਾਲੇ ਮੈਂ ਇਹ ਚੀਜ਼ ਤੁਹਾਡੇ ਤੇ ਰੱਖੀ, ਤੁਸੀਂ ਹਾਂ ਤੇ ਮੈਂ ਕਿਹਾ ਸੀ ਕਿ ਮੈਂ ਤੈਨੂੰ ਜਾ ਕੇ ਕਹਿਣਾ ਹੈ ਕਿ ਇਹ ਰਾਜ਼ ਰੱਖਣਾ ਹੈ, ਇੰਜ ਦੱਸਣਾ ਹੈ। ਇਹ ਵੀ ਕੋਈ ਰਾਜ਼ ਹੈ ਪੰਜਾਬ ਵਿੱਚ? ਹਾਂ, ਨਹੀਂ, ਬਹਿਰਹਾਲ ਹੋ ਸਕਦੇ ਕੁਝ ਲੋਕਾਂ ਦੀ ਹੋਵੇ। ਬਹਿਰਹਾਲ ਅਸੀਂ ਅੱਜ ਇੱਕ ਬੜੇ ਵੱਡੇ ਵਲੀ ਦੇ ਬਾਰੇ 'ਚ ਗੱਲ ਕਰਨੀ ਹੈ, ਜਿਹੜੇ ਕਿ ਹਜ਼ਰਤ ਸ਼ਾਹ ਇਨਾਇਤ ਕਾਦਰੀ ਜਿਨ੍ਹਾਂ ਨੂੰ ਕਹਿੰਦੇ ਨੇ। ਔਰ ਤੁਸੀਂ ਆਪ ਹੀ ਕਹਿਤਾ ਕਿ ਬੁੱਲੇ ਸ਼ਾਹ ਦੇ ਉਹ ਉਸਤਾਦ ਸਨ ਔਰ ਉਹਨਾਂ ਦੇ 2 ਵੱਡੇ ਸ਼ਾਗਿਰਦ ਵਾਰਿਸ ਸ਼ਾਹ ਔਰ ਬੁੱਲੇ ਸ਼ਾਹ। ਪੰਜਾਬ ਦੀ ਜਦੋਂ ਗੱਲ ਕਰੋ, ਪੰਜਾਬੀ ਜ਼ੁਬਾਨ ਦੀ ਗੱਲ ਕਰੋ ਤੇ ਫਿਰ ਇਹਨਾਂ ਤੋਂ ਉੱਚੀ ਹਸਤੀ ਘੱਟ ਹੀ ਦਿਸਦੀ ਹੈ। ਤੇ ਇਹ ਦੋਵੇਂ ਉਹਨਾਂ ਦੇ ਬਜ਼ੁਰਗ ਸਨ, ਉਹਨਾਂ ਦੇ ਸ਼ਾਗਿਰਦ ਸਨ। ਉਹਨਾਂ ਦੀ ਬਜ਼ੁਰਗੀ ਇਸ ਹਵਾਲੇ ਨਾਲ ਵੀ ਜ਼ਾਹਿਰ ਹੁੰਦੀ ਹੈ ਕਿ ਇੱਕ ਬੰਦੇ ਨੇ ਕਿਹੋ ਜਿਹੇ ਤਾਲਿਬ ਇਲਮਾਂ ਦੀ ਤਰਬੀਅਤ ਕੀਤੀ। ਉਹਨਾਂ ਦੇ ਜ਼ਾਹਿਰ ਹੈ ਕਿ ਕੋਈ ਬੰਦਾ, ਕੋਈ ਵੀ ਉਸਤਾਦ ਜਿਹੜਾ ਹੁੰਦਾ ਹੈ ਬਾਜਵਾ ਸਾਹਿਬ, ਉਹ ਕਿਸੇ ਬੰਦੇ ਦੇ ਅੰਦਰ ਕਾਬਲੀਅਤ ਰੱਖ ਨਹੀਂ ਸਕਦਾ। ਕਾਬਲੀਅਤ ਰੱਬ ਨੇ ਦਿੱਤੀ ਹੁੰਦੀ ਹੈ, ਲੇਕਿਨ ਉਸਤਾਦ ਜਿਹੜਾ ਚੰਗਾ ਉਸਤਾਦ ਹੁੰਦਾ ਹੈ ਉਹਨੂੰ ਨਿਖਾਰ ਕੇ ਬਾਹਰ ਕੱਢਦਾ ਹੈ, ਚੰਡਦਾ ਉਹਨੂੰ ਔਰ ਫਿਰ ਇਜ਼ਹਾਰ ਦਾ ਮੌਕਾ ਦਿੰਦਾ ਹੈ, ਠੀਕ ਹੈ ਨਾ, ਔਰ ਸਿੱਧੇ ਰਾਹ ਪਾਉਂਦਾ ਹੈ। ਸਭ ਤੋਂ ਵੱਡੀ ਗੱਲ ਹੈ ਰੂਹਾਨੀ ਜਿਹੜਾ ਰਸਤਾ ਹੈ ਜਿਹਦੀ ਅਸੀਂ ਗੱਲ ਕਰਨੇ ਅਕਸਰ ਤਸਵੁਫ ਦੀ, ਉਹਦੇ ਵਿੱਚ ਮੁਰਸ਼ਿਦ ਦਾ, ਉਸਤਾਦ ਦਾ ਕਿਰਦਾਰ ਬਹੁਤ ਅਹਿਮ ਹੁੰਦਾ ਹੈ, ਕਿਉਂਕਿ ਇਹਦੇ ਤੇ ਥਾਂ ਤੇ ਬੰਦਾ ਨਫਸ ਦੇ ਆਖੇ ਲੱਗ ਕੇ ਤੇ ਭਟਕ ਸਕਦਾ ਹੈ। ਇਸ ਲਈ ਹਜ਼ਰਤ ਸ਼ਾਹ ਇਨਾਇਤ ਕਾਦਰੀ ਦਾ ਮੁਕਾਮ ਤਸਵੁਫ ਵਿੱਚ ਬਹੁਤ ਵੱਡਾ ਹੈ ਔਰ ਉਹ ਬਹੁਤ ਵਲੀ ਸਨ, ਕਾਮਿਲ ਵਲੀ ਉਹਨਾਂ ਨੂੰ ਆਖਿਆ ਜਾਂਦਾ ਹੈ। ਔਰ ਉਹ ਨਾ ਸਿਰਫ ਆਪ ਵਲੀ ਸਨ ਬਲਕਿ ਉਹਨਾਂ ਦਾ ਪੂਰਾ ਜਿਹੜਾ ਟੱਬਰ ਹੈ ਉਹ ਵਲਾਇਤ ਦੇ ਰਸਤੇ ਤੇ ਚੱਲਣ ਵਾਲਾ, ਔਰ ਉਹਨਾਂ ਦੇ ਵਾਲਿਦ ਸਾਹਿਬ ਸੂਫੀ ਮੰਸ਼ ਇਨਸਾਨ ਸਨ, ਪੂਰਾ ਘਰਾਨਾ ਹੀ। ਔਰ ਵੈਸੇ ਤੇ ਅਸੀਂ ਉਹਨਾਂ ਦੀ ਅਗਰ ਗੱਲ ਕਰਨੇ ਆ ਤੇ ਜ਼ਾਹਿਰੀ ਹਵਾਲੇ ਨਾਲ ਗੱਲ ਕਰਨੇ ਆ ਤਾਂ ਉਹਨਾਂ ਨੇ ਸਾਰੀ ਤਾਲੀਮ ਤੇ ਤਰਬੀਅਤ ਹਾਸਿਲ ਕੀਤੀ। 5 ਸਾਲ ਦੀ ਉਮਰ 'ਚ ਉਹਨਾਂ ਨੇ ਕੁਰਾਨ ਪਾਕ ਹਿਫਜ਼ ਕਰ ਲਿਆ। 9 ਸਾਲ ਦੀ ਉਮਰ 'ਚ ਉਹਨਾਂ ਨੇ ਅਰਬੀ ਫਾਰਸੀ ਜਿਹੜੀ ਹੈ ਉਹਦੇ 'ਚ ਮਹਾਰਤ ਹਾਸਿਲ ਕਰ ਲਈ। ਹੁਣ ਸਾਡੇ 9 ਸਾਲ ਦੇ ਬੱਚੇ ਨੂੰ ਤੁਸੀਂ ਦੇਖੋ ਤੇ ਉਹ ਇੱਕ ਜ਼ਬਾਨ 'ਚ ਵੀ ਨਹੀਂ ਕਰ ਸਕਦਾ। ਐਸੇ ਤਰ੍ਹਾਂ 12 ਸਾਲ ਦੀ ਉਮਰ 'ਚ ਉਹਨਾਂ ਨੇ ਦੀਨੀ ਅਲੂਮ ਤਮਾਮ ਜਿਹੜੇ ਸੀ ਉਹ ਪੜ੍ਹ ਲਏ। ਤੇ ਫਿਰ ਉਸ ਤੋਂ ਬਾਅਦ ਇਹ ਤੇ ਬਿਲਕੁਲ ਜ਼ਾਹਿਰੀਅਤ ਦੀ ਇੱਕ ਗੱਲ ਸੀ ਕਿ ਜ਼ਾਹਿਰੀ ਅਲੂਮ। ਇਸ ਤੋਂ ਬਾਅਦ ਉਹਨਾਂ ਦੇ ਵਾਲਿਦ ਨੇ ਉਹਨਾਂ ਨੂੰ ਉਸ ਦੌਰ ਦੇ ਜਿਹੜੇ ਹਜ਼ਰਤ ਸ਼ਾਹ ਰਜ਼ਾ ਕਾਦਰੀ ਸ਼ਤਾਰੀ ਉਹਨਾਂ ਕੋਲ ਭੇਜਿਆ ਔਰ ਉਹਨਾਂ ਨੇ ਉਹਨਾਂ ਦੀ ਤਰਬੀਅਤ ਕੀਤੀ ਬਾਤਨੀ ਤਸਵੁਫ ਦੇ ਹਵਾਲੇ ਨਾਲ। ਫਿਰ ਉਹਨਾਂ ਨੇ ਮੁਖਤਲਿਫ ਮੰਜ਼ਿਲਾਂ ਤੈਅ ਕੀਤੀਆਂ ਔਰ ਫਿਰ ਉਹ ਸਫ਼ਰ ਜਿਹੜਾ ਅੱਗੇ ਤੁਰਦਾ ਰਿਹਾ। ਅੱਛਾ ਮੈਡਮ, ਇਹਨਾਂ ਦੀ ਤੁਸੀਂ ਸ਼ੁਰੂਆਤ ਕਿੱਥੋਂ ਹੀ ਉਹ ਤੇ ਦੱਸਿਆ, ਇਹਦੇ ਨਾਲ ਇਹਨਾਂ ਦੇ ਖਾਨਦਾਨੀ ਪਸ ਮੰਜ਼ਰ ਦੇ ਹਵਾਲੇ ਨਾਲ ਤੇ ਇਹਨਾਂ ਦੇ ਸ਼ਾਗਿਰਦ ਕਿਹੜੇ ਸਨ ਉਹ ਵੀ ਇਹ ਸਭ ਕੁਝ ਜ਼ਰਾ ਡਿਟੇਲ ਨਾਲ ਦੱਸਦੇ ਚਲੋ। ਸ਼ਾਗਿਰਦ ਜਿਹੜੇ ਉਹ ਵੀ ਅਸੀਂ ਗੱਲ ਕਰਾਂਗੇ। ਇਹਨਾਂ ਦੇ ਆਖਰ 'ਚ 1642 'ਚ ਪੈਦਾ ਹੋਏ ਨੇ ਕਸੂਰ 'ਚ। ਕਸੂਰ ਦੇਖੋ ਲਾਹੌਰ ਦਾ ਗਵਾਂਢੀ ਸ਼ਹਿਰ ਹੈ, ਲੇਕਿਨ ਅੱਲਾ ਨੇ ਉਹਦੇ 'ਚ ਵੀ ਬੜੀਆਂ ਬਰਕਤਾਂ ਰੱਖੀਆਂ ਨੇ ਕਿ ਬਾਬਾ ਬੁੱਲੇ ਸ਼ਾਹ ਦੇ ਵਾਲ ਨਾਲ ਪੂਰੀ ਦੁਨੀਆ ਨਾਲ ਜਾਣਦੀ ਹੈ। ਇਸੇ ਤਰ੍ਹਾਂ ਹਜ਼ਰਤ ਸ਼ਾਹ ਇਨਾਇਤ ਕਾਦਰੀ ਵੀ ਕਸੂਰ 'ਚ ਪੈਦਾ ਹੋਏ ਨੇ 1642 ਵਿੱਚ। ਔਰ ਇਹ ਉਹ ਦੌਰ ਸੀ ਜਿਹੜਾ ਕਿ ਸ਼ਾਹਜਹਾਂ ਦਾ, ਔਰੰਗਜ਼ੇਬ ਔਰ ਮੁਹੰਮਦ ਸ਼ਾਹ ਰੰਗੀਲਾ ਦਾ, ਯਾਨੀ ਮੁਗਲਿਆ ਸਲਤਨਤ ਦੇ ਆਖਰੀ ਡੰਗ ਸੀ ਜਦੋਂ ਇਹਨਾਂ ਦਾ ਦੌਰ ਰਿਹਾ। ਔਰ ਇਹਨਾਂ ਦਾ ਇਹ ਖਾਨਦਾਨ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਦਾ ਖਾਨਦਾਨ ਬੜਾ ਨੇਕ ਔਰ ਪਰਹੇਜ਼ਗਾਰ ਸੀ ਔਰ ਇਹਨਾਂ ਨੂੰ ਆਪਣੇ ਉੱਥੇ ਕਸੂਰ 'ਚ ਬੜਾ ਮੰਨਿਆ ਜਾਂਦਾ ਸੀ ਔਰ ਇਹ ਦੀਨ ਦੀ ਤਬਲੀਗ ਕਰਦੇ ਸਨ। ਇਹਨਾਂ ਦੇ ਵਾਲਦੈਨ, ਇਹਨਾਂ ਦੇ ਵਾਲਿਦ ਸਾਹਿਬ ਔਰ ਬਜ਼ੁਰਗ ਬਾਕੀ। ਇਸ ਲਈ ਇੱਕ ਐਸਾ ਘਰਾਨਾ ਸੀ ਕਿ ਜਿਹੜੇ ਸਿਰਫ ਜਿਨ੍ਹਾਂ ਦੀ ਵਜ੍ਹਾ ਸ਼ੌਹਰਤ ਸਿਰਫ ਸ਼ਾਹ ਇਨਾਇਤ ਕਾਦਰੀ ਨਹੀਂ ਬਲਕਿ ਇਹਨਾਂ ਦੇ ਬਜ਼ੁਰਗ ਵੀ ਸਨ। ਤੇ ਇਹ ਫਿਰ ਜ਼ਾਹਿਰ ਇੱਕ ਘਰਾਨਾ ਜਦੋਂ ਤੁਹਾਨੂੰ ਇਹੋ ਜਿਹਾ ਮਿਲਦਾ ਹੈ, ਰਹਿਨੁਮਾਈ ਮਿਲਦੀ ਹੈ, ਤੇ ਫਿਰ ਤੁਹਾਡੀਆਂ ਸਲਾਹੀਤਾਂ ਜਿਹੜੀਆਂ ਨੇ ਹੋਰ ਨਿਖਰਦੀਆਂ ਨੇ। ਤੇ ਫਿਰ ਇਹ ਵੀ ਇੱਕ ਰੱਬ ਵੱਲੋਂ ਵਲੀ ਪੈਦਾ ਹੋਏ ਸਨ ਔਰ ਵੱਡੀ ਜ਼ਿੰਮੇਦਾਰੀ ਨਾਲ ਦਿੱਤੀ ਗਈ। ਔਰ ਸ਼ਾਗਿਰਦਾਂ ਤੁਸੀਂ ਪੁੱਛਿਆ ਤਾਂ ਅਸੀਂ ਹੁਣੇ ਗੱਲ ਕੀਤੀ
ਬੁੱਲੇ ਸ਼ਾਹ ਦੀ ਬੁੱਲੇ ਸ਼ਾਹ, ਬਿਲਕੁਲ ਔਰ ਸਹੀ। ਵਾਰਿਸ ਸ਼ਾਹ ਤੁਸੀਂ ਦੇਖੋ ਕਿ ਇਹ ਦੋਵੇਂ ਇੱਕੋ ਹੀ ਉਸਤਾਦ ਦੇ ਸ਼ਾਗਿਰਦ ਨੇ ਔਰ ਦੋਵਾਂ ਨੇ ਆਪਣੇ ਆਪਣੇ ਮੈਦਾਨ ਦੋਵਾਂ ਦੇ ਮੁਖਤਲਿਫ ਨੇ ਕਿਉਂਕਿ ਪੰਜਾਬੀ ਸੁਲੇਖ ਦੀ ਝੋਲੀ 'ਚ ਦੋ ਜੀ, ਹੀਰੇ ਪਾ ਕੇ ਦੋ ਹੀਰੇ ਔਰ ਦੋਵਾਂ ਦਾ ਮੈਦਾਨ ਮੁਖਤਲਿਫ ਹੈ ਕਿਉਂਕਿ ਬੁੱਲੇ ਸ਼ਾਹ ਜਿਹੜਾ ਹੈ ਉਹ ਇੱਕ ਸੂਫੀ ਹੈ, ਇੱਕ ਫਲਸਫੀ ਹੈ, ਇੱਕ ਨਫਸੀਆਤ ਦਾਨ ਹੈ, ਇੱਕ ਮੂਸੀਕਾਰ ਹੈ ਔਰ ਹਰ ਇੱਕ ਉਹਦੇ 'ਚ ਮੇਰੇ ਹਾਲ ਹੈ ਕਿ ਕੋਈ ਦੁਨੀਆ ਦਾ ਜਿਹੜਾ ਗੁਣ ਹੈ ਨਾ ਉਹ ਬੁੱਲੇ ਸ਼ਾਹ 'ਚ ਹੈ ਔਰ ਇੱਕ ਅਫਾਕੀ ਫਲਸਫੇ ਨੂੰ ਮੰਨਣ ਵਾਲਾ पूरी दुनिया के इंसानों ने कुंभा समझण लगा आला और वो इंसानियत की लड़ी विच पूरी दुनिया को परोण वाला शायर है। तो वारिस शाह जिहड़ा है वो पंजाब दा शैक्सपीयर है जिन्हें पंजाब दा इनसाइक्लोपीडिया साढ़े सामने मुजस्सम कर दिता शेरां दी नज़र च। 18वीं सदी का पंजाब तुसीं देखना होवे ते वारिस शाह दी हीर पढ़ लो तुहानूं हर शै जिहड़ी है ना वो फिरदी टुरदी नज़र आ जाएगी। तो दो हीरे पंजाबी ज़बान और पंजाब दे दामन जिस तरह बाजवा साहब ने कहा उन्होंने पाए। असीं इस हवाले नाल भी उन्हों दा तज़किरा करने ते उन्हां दी दुआवां करने कि रब उन्हां नूं जनता च होर उच्ची थां दे। बिल्कुल। और मैडम अजकल उन्हां दा मज़ार जिहड़ा है वेखण वालियां नूं तुसीं थोड़ा जिहा दसो कि कित्थे है, उत्थे उर्स कदों लगदा है, की सिलसिला कार हुंदा? हाँ अच्छा ये च ना बाजवा साहब कसूर के हवाले नाल कसूर नूं जिथे रब ने बड़ियां बरकतां नाल नवाजिया उत्थे कुछ लोग क्योंकि कसूर विच बहुत चंगे लोग रहिंदे ने। तुहानूं पता है कि अपने दौर च बुल्ले शाह नूं भी कसूर तो बाहर दफन किया गया सी इश्क इस इश्के दी चंगी विच, ठीक है। तो वो एक बिल्कुल गैर आबाद जगह सी, फिर वो रब दे करम नाल आबाद हो गई और हुण सब तो ज़्यादा आबाद है, पूरी दुनिया के लोग उत्थे जांदे ने। इसे तरह ही जदों हज़रत शाह इनायत कादरी की तालीम और तरबीयत मुकम्मल हो गई और उन्होंने उस्ताद ने उन्होंने हज़रत जिहड़े रज़ा कादरी ने उन्होंने इजाज़त दी कि तुसीं जाके तबलीग करो। तो उन्होंने आन के तबलीग करनी शुरू की, कुरान तफसीर हदीस और सब तो वड्डी मैं गल दसां कि उन्होंने वो सिर्फ ये नहीं कि शरीयत की तालीम देंदे सन सगों नाल मौलाना रूम की मसनवी पढ़ाते सन और फिर तसव्वुफ दी किताबां पढ़ाते सन। तो इस तरह ज़ाहिरी और बातनी दोनों अलूम की तरबीयत लोगों को देंदे सन और हर दौर च एक ग्रोह ऐसा रहा है कि जिहड़ा नेक काम करने वालियां दे राह च रोड़े अटकांदा रहा है। तो उस दौर च भी एक ग्रोह ऐसा सी कसूर जिन्हां ने जदों इन्हां दी शोहरत पूरी दूर दूर तक फैली, बहुत ही एक पाकीज़ा ज़हन दे बंदे सन और इंसानियत नाल मुहब्बत रखने वाले बंदे सन। तो उन्होंने लोग इन्हां दे जिहड़ा ना मुखालिफ हो गए। ये फिर उत्थों छड्ड के ते मजांग उदों पिंड हुंदा सी उस दौर च और मजांग पिंड च इन्हां दी अपनी ज़राई ज़मीन सी आबाई, उत्थे आण के इन्होंने डेरा लाया तो उत्थे इन्होंने आण के ते फिर लोगों को तरबीयत देनी शुरू करती। उत्थे ही उन्हों का मज़ार है, हुण तुसीं जाओ तो बिल्कुल इत्थों असैम्बली के सामने ही है, बिल्कुल बहुत नेड़े और उत्थे गंगाराम हॉस्पिटल की तरफ बिल्कुल गंगाराम के कोल है और चंद कदम के फासले ते और उत्थे मदरसा भी और मस्जिद भी है। अज भी वो आबाद है जगह और अज भी उन्हों का नाम लिया जाता है उत्थे माशाअल्लाह। अच्छा एक और मैं इन्हां दी गल दसां कि इन्होंने यानी इन्हां दी वजह तो बड़े लोग इस्लाम के दायरे में शामिल होए क्योंकि तबलीग जिहड़ी हुंदी है सूफियां दा हमेशा तो एक वतीरा रहा। और तबलीग ये नहीं कि सिर्फ लोगों ने कहना कि मुसलमान हो जाओ, इस्लाम बड़ा चंगा मजहब है, बल्कि अपने रवैये नाल और अपनी गल्लां नाल और अपनी जिहड़ी गलबात है, मुकालमा है, सवाल क्योंकि सवाल भी लोग जो करते हैं अगर उसी जवाब चंगी तरह नहीं देंगे तो उन्होंने कितने चुप करा देंगे, जिस तरह एक फतवा उत्ते ला देंगे तो गल नहीं बनती ना। बड़े सूफी वली लोग ने इन्होंने हर किस्म का सवाल सुनिया और मुस्कुराए और फिर उसका जवाब इस तरीके नाल दिता कि सुनने वाला कायल हो गया और इन्होंने कायल किया और कोई 85-86 साल की उम्र च इन्हों की वफात हुई है। तो इतने लाहौर च इन्होंने दफन किया गया। एक जी बड़ी माड़ी गल इन्हों के हवाले नाल है वो ये है कि इन्होंने अरबी तो फारसी तकरीबन 16 किताबां लिखियां, पंजाबी विच भी इन्होंने लिखा है लेकिन वो जड़ियाँ पंजाबी जो कुछ इन्होंने लिखा उन्होंने गद्दी नशीन के घर अग लग गई तो सारिया चीज़ां ज़ाया हो गई, सानू नहीं लभदियां और कोई भी कलाम इन्हों का इस वे पब्लिश नहीं है। कुछ जी इन्हों दी चीज़ां ने वो पंजाब यूनिवर्सिटी की लाइब्रेरी च इन्हों के कलमी नुस्खे पे ने, पिलाक कोशिश कर रहा है कि असीं उन्होंने कोई तर्जमे करा के पंजाबी च छापे जा सकन। अल्लाह करे कभी कोई पंजाबी का भी जाहिर है कि पंजाबी इन्होंने लिखा ये शवायद मौजूद ने लेकिन ये भी शवायद मौजूद ने कि गद्दी नशीन के घर अग लगन की वजह तो वो चीज़ां जिहड़ियां ने सारियां सड़ गईयां। लेकिन जिहड़े इन्होंने जो कुछ लिखे अरबी ते फारसी च वो तसव्वुफ के हवाले नाल यानी आलम सन, शायर नहीं सन और एक वली सन तो तसव्वुफ के हवाले नाल भी
ਉੱਚੀਆਂ ਕਿਤਾਬਾਂ ਨੇ ਔਰ ਸੁੱਚੀਆਂ ਕਿਤਾਬਾਂ ਨੇ ਤੇ ਮੈਂ ਸਮਝਦੀ ਹਾਂ ਕਿ ਉਹਨਾਂ ਦੇ ਤਰਜਮੇ ਹੋਣੇ ਚਾਹੀਦੇ ਨੇ, ਲੋਕਾਂ ਤੱਕ ਰੱਪੜਨੀ ਚਾਹੀਦੀ ਹੈ ਗੱਲ। ਬਿਲਕੁਲ, ਬਹੁਤ ਸ਼ੁਕਰੀਆ ਮੈਡਮ ਤੁਹਾਡੀ ਤਸ਼ਰੀਫ ਆਵਰੀ ਦਾ। ਤੁਸੀਂ ਫਿਰ ਤੁਹਾਨੂੰ ਅਗਲੇ ਪ੍ਰੋਗਰਾਮ ਵਿੱਚ ਤੁਹਾਨੂੰ ਤੰਗ ਕਰਾਂਗੇ। ਹਾਂ, ਮੈਂ ਕਹਿ ਰਹੀ ਸੋਨੀਆ ਨੂੰ ਕਿ ਮੈਂ ਕਹਿ ਰਹੀ ਕੁੰਡ ਦੇ ਚੁੱਕ ਵੇ ਸੱਜਣਾ। ਉਹ ਦੇਖੋ ਇਹ ਵੀ ਬੁੱਲੇ ਸ਼ਾਹ, ਮਤਲਬ ਬੁੱਲੇ ਸ਼ਾਹ ਦਾ ਇਹ ਵੀ ਕਲਾਮ ਹੈ। ਬਿਲਕੁਲ, ਸ਼ਰਮਾ ਕਾਨੂੰ ਰੱਖਿਆ ਨਹੀਂ। ਔਰ ਫਿਰ ਇਸੇ ਤਰ੍ਹਾਂ ਹੀ ਹੋਰ ਵੀ ਬੇਸ਼ੁਮਾਰ ਇਸ ਤਰ੍ਹਾਂ ਦਾ ਉਹਨਾਂ ਦਾ ਕਲਾਮ ਹੈ ਜਿਹੜਾ ਸੁਣ ਕੇ ਬਹੁਤ ਚੰਗਾ ਲੱਗਦਾ। ਬਹੁਤ ਚੰਗਾ ਲੱਗਦਾ। ਇਨਸ਼ਾਅੱਲਾ ਕਿਸੇ ਵੇਲੇ ਉਹ ਕਲਾਮ ਵੀ ਸੁਣਾਂਗੇ ਜ਼ਰੂਰ, ਅਗਲੇ ਇਨਸ਼ਾਅੱਲਾ ਕਿਸੇ ਪ੍ਰੋਗਰਾਮ ਵਿੱਚ ਫਿਰ ਅਸੀਂ ਇਹ ਗੱਲ ਵੀ ਕਰਾਂਗੇ। ਉਦੋਂ ਤੱਕ ਤੁਹਾਡਾ ਬਹੁਤ ਸ਼ੁਕਰੀਆ ਤੇ ਤੁਸੀਂ ਕਿਤੇ ਨਹੀਂ ਜਾਣਾ। ਅਸੀਂ ਬ੍ਰੇਕ ਤੋਂ ਵਾਪਸ ਆਨੇ ਆ ਤੇ ਮਿਲਵਾਨੇ ਆ ਤੁਹਾਨੂੰ ਇੱਕ ਨਵੇਂ ਪਰੋਣੇ ਦੇ ਨਾਲ। ਲਓ ਜੀ, ਇੱਕ ਦਫਾ ਫਿਰ ਮੁੜ ਕੇ ਵਾਪਸ ਆ ਗਏ ਹਾਂ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਤੁਹਾਡਾ ਫੇਵਰੇਟ ਸ਼ੋ ਅੱਜ ਦਾ ਮਹਿਮਾਨ ਲੈ ਕੇ। ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ। ਸੋਨੀਆ ਸ਼ੇਖ ਮੇਰੇ ਨਾਲ ਮੌਜੂਦ ਨੇ ਔਰ ਸੁਗਰਾ ਸਦਫ ਸਾਹਿਬਾ ਸਾਡੇ ਨਾਲ ਮੌਜੂਦ ਸਨ ਬ੍ਰੇਕ ਤੇ ਜਾਣ ਤੋਂ ਪਹਿਲੇ। ਔਰ ਸ਼ਾਹ ਇਨਾਇਤ ਕਾਦਰੀ ਸਾਹਿਬ ਦੇ ਹਵਾਲੇ ਨਾਲ ਗੱਲਬਾਤ ਹੋ ਰਹੀ ਸੀ। ਸਟੂਡੀਓ ਦੇ ਵਿੱਚ ਇੱਕ ਪੇਂਟਰ ਵੀ ਬੜੀਆਂ ਸੋਹਣੀਆਂ ਤਸਵੀਰਾਂ ਬਣਾ ਰਹੇ ਨੇ, ਬੜੇ ਸੋਹਣੇ ਰੰਗ ਪੰਜਾਬ ਦੇ ਜਿਹੜੇ ਨੇ ਉਹ ਖਲੇਰ ਰਹੇ ਨੇ ਉਹਦੇ ਉੱਤੇ, ਆਪਣੇ ਕੈਨਵਸ ਦੇ ਉੱਤੇ। ਔਰ ਪੰਜਾਬ ਜਿਹੜਾ ਉਹ ਉਗੜਦਾ ਪਿਆ, ਨਜ਼ਰ ਆਉਂਦਾ ਪਿਆ ਔਰ ਉਹਨੂੰ ਲੱਗਦਾ ਪਿਆ ਕਿ ਪੇਂਟਰ ਨੇ ਪੰਜਾਬ ਵੇਖਿਆ। ਇਹ ਕੱਚੇ ਘਰ ਜਿਹੜੇ ਉਹ ਬਣਾਉਂਦੇ ਨੇ ਪਏ, ਸ਼ਾਇਦ ਹੁਣ ਥੋੜ੍ਹੇ ਘੱਟ ਗਏ ਨੇ, ਪੱਕੇ ਮਕਾਨ ਬਣ ਗਏ ਨੇ ਪਿੰਡਾਂ ਦੇ ਵਿੱਚ ਵੀ। ਇਹ ਸਾਰਾ ਕੁਝ ਜਦੋਂ ਹੋ ਰਿਹਾ, ਇਸੇ ਦੌਰਾਨ ਸਾਡੇ ਸਟੂਡੀਓ ਦੇ ਵਿੱਚ ਤੁਹਾਡੇ ਆਪਣੇ ਬੜੇ ਹੀ ਇੱਕ ਫੇਵਰੇਟ ਅਦਾਕਾਰ ਸਾਡੇ ਨਾਲ ਆ ਜੁੜੇ ਨੇ ਔਰ ਇਸ ਵਕਤ ਸਾਡੇ ਸਟੂਡੀਓ ਵਿੱਚ ਵੀ ਮੌਜੂਦ ਨੇ। ਤੁਸੀਂ ਇਹਨਾਂ ਨੂੰ ਪੰਜਾਬੀ ਡਰਾਮਾ ਜ਼ੰਜੀਰਾਂ 'ਚ ਵੇਖਿਆ ਹੋਏਗਾ, ਇਸੇ ਤਰ੍ਹਾਂ ਸਰਗੀ ਦਾ ਤਾਰਾ, ਚੇਤਰ ਵੀ, ਇਸੇ ਤਰ੍ਹਾਂ ਉਰਦੂ ਡਰਾਮੇ ਦਿਨ ਔਰ ਇਨਕਾਰ ਦੇ ਵਿੱਚ ਵੀ ਤੁਸੀਂ ਇਹਨਾਂ ਦੀ ਅਦਾਕਾਰੀ ਵੇਖੀ ਹੋਏਗੀ। ਔਰ ਫਿਰ ਅਗਰ ਸਿਲਵਰ ਸਕਰੀਨ ਦੀ ਗੱਲ ਕਰੀਏ, ਫਿਲਮ ਇੰਡਸਟਰੀ ਦੀ ਗੱਲ ਕਰੀਏ ਤੇ ਰੇਸ਼ਮਾ, ਸੁਲਤਾਨਾ, ਡਾਕੂ ਔਰ ਡਕੈਤ ਵਰਗੀਆਂ ਫਿਲਮਾਂ ਦੇ ਵਿੱਚ ਵੀ ਆਪਣੀ ਅਦਾਕਾਰੀ ਦੇ ਜੋਹਰ ਵਿਖਾਉਂਦੇ ਰਹੇ। ਸਾਡੇ ਸਭ ਦੇ ਫੇਵਰੇਟ शाह मीर खनान साहब साढ़े नाल मौजूद ने। अस्सलाम वालेकुम सर। जी वालेकुम सलाम। कैसी तबीयत है तुहाडी? और पीटीवी ते अपना ही घर है, ते अपने घर बह के कैसा फील हो रहा है? अपना घर यकीनन कोई शक ही नहीं है। असी सारा कुछ इत्थे शुरू किया है और इत्थे आके इंज ही लगता है कि असी सारी पुरानी यादां सारियां ताज़ा हो गई ने ते बड़ा अच्छा लगता है। पीटीवी का अपना एक एटमोसफेयर है जिहड़ा तुहानूं किसी होर जगह ते नहीं मिलता। प्राइवेट प्रोडक्शनस दे विच असी जदों जाके काम करने आ ते असी बहुत ज़्यादा तुसीं समझो कि नॉस्टैल्जिया फील करने कि यार पीटीवी दे विच ते इस तरह हुंदा सी, इत्थे है कि हो रहा, उत्थे ते इस तरह हुंदा सी, इत्थे की कंपैरिजन आ जांदा है फॉर प्रोफेशनलिज्म बहुत अच्छा, बहुत यादां ने पीटीवी नाल साडियां। बड़ा अच्छा काम होया पीटीवी। अच्छा सर, ਜਦੋਂ ਤੁਸੀਂ ਸਟਾਰਟ ਕੀਤਾ ਬਚਪਨ ਦੇ ਵਿੱਚ, ਕਿ ਬਚਪਨ ਤੋਂ ਹੀ ਤੁਹਾਡੇ ਇਸ ਤਰ੍ਹਾਂ ਦਾ ਹੀ ਵਤੀਰਾ, ਜਿਵੇਂ ਕਹਿੰਦੇ ਨੇ ਹੋਣਹਾਰ ਬਰਵਾ ਕੇ ਚਿਕਨੇ ਚਿਕਨੇ ਪਾਤ ਵੀ ਕਹਿੰਦੇ ਨੇ ਤੇ ਜੰਮਦੀਆਂ ਸੂਲਾਂ ਦੇ ਮੂੰਹ ਤਰੀਖੇ ਪੰਜਾਬੀ ਚ ਕਹਿੰਦੇ ਨੇ, ਤੇ ਸ਼ੁਰੂ ਤੋਂ ਤੁਸੀਂ ਅਦਾਕਾਰੀ ਵਾਲੀ ਜਾਣਾ ਸੀ? ਮੈਂ ਕਿ ਕਿਤੇ ਕਹਿ ਰਹੇ ਤੁਸੀਂ ਬਚਪਨ ਤੋਂ ਭੈੜੀਆਂ ਆਦਤਾਂ ਸਨ ਤੁਹਾਨੂੰ। ਇਹ ਬੜੀ ਚੰਗੀ ਆਦਤ ਹੈ ਔਰ ਹੋਣੀ ਚਾਹੀਦੀ ਹੈ, ਟੈਲੈਂਟ ਸਭ ਚ ਹੋਣਾ ਚਾਹੀਦਾ। ਅੱਛਾ, ਉਹ ਹੁੰਦਾ ਤੇ ਹੈ ਵੇ। ਵੈਸੇ ਅਗਰ ਤੁਸੀਂ ਕਿਉਂਕਿ ਯੂਜੂਅਲੀ ਲੋਕ ਕਹਿੰਦੇ ਨੇ ਜੀ ਕਿ ਹੁੰਦਾ ਤੇ ਕੁਝ ਲੋਕ ਫਿਰ ਇਸ ਲਈ ਇਨਕਾਰ ਕਰਦੇ ਨੇ ਕਿ ਸਾਰੇ ਕਹਿੰਦੇ ਨੇ ਹੁੰਦਾ, ਤੇ ਮੈਂ ਕਹਾਂ ਜੀ ਨਹੀਂ ਸੀ। अच्छा, उस वजह तो मैं रिफ्यूज़ नहीं करांगा, डिनाई नहीं करांगा, बिल्कुल है सी। ठीक है, लेकिन यह जरूर है मेरा थोड़ा जिहा फर्क कुछ लोगों के नालों कि मैं उन्होंने इजहार नहीं कर सकिया। अच्छा, क्योंकि फैमिली दे विच इस तरह का माहौल सी कि मैं दस नहीं सकिया किसी नूं। अच्छा, सो मच सो कि मैं अपने दोस्तों नूं भी नहीं दस सकिया। ओके, वो मतलब इस तरह का माहौल च मैं पलिया बढ़िया या अगे आया। तो इस वास्ते मैं कभी इजहार नहीं सी कीता। अचानक मैं लाहौर आके तो उन्होंने वास्ते एक बहुत बड़ा धमाका सी। और देखो इतफाक की गल की है कि पंजाबी का तुहाडा प्रोग्राम है और पंजाबी का ही मेरा आगाज़ है। पहला मेरा ड्रामा जिहड़ा सी ना वो पंजाबी ही सी। कंबरली ਇਹ ਧਮਾਕੇ ਬਾਰੇ ਵੀ ਥੋੜਾ ਡਿਟੇਲ ਨਾਲ ਦੱਸੋ ਕਿ ਕਿਵੇਂ ਤੁਸੀਂ ਟੁਰੇ ਕਿ ਬਈ ਮੈਂ ਲਾਹੌਰ ਚੱਲੇ ਆ, ਹੁਣ ਮੈਂ ਹੀ ਕਰਨਾ ਹੈ, ਕਿਉਂਕਿ ਅੱਗੇ ਤੇ ਕੁਝ ਨਜ਼ਰ ਨਹੀਂ ਸੀ ਉਸ ਟਾਈਮ ਆ ਰਿਹਾ ਹੋਣਾ। देखो मेरा ताल्लुक है एक छोटा जिहा शहर है आरफ वाला। अच्छा, लेकिन साढ़े वालद साहब नूं ना पढ़ाई का बड़ा शौक सी। सब भाइयों नूं पढ़न वास्ते लाहौर भेजदे सी, मैनूं भी लाहौर भेजदे, तो मैं इस इंतजार च हां कि भी मैनूं कदों लाहौर भेजदे। अच्छा, ਜਦੋਂ ਲਾਹੌਰ ਆਇਆ ਤੇ ਹੁਣ ਮੈਂ ਇਸ ਤਗੋ ਦੌੜ ਚ ਆ ਕਿ ਕਿਸੇ ਤਰ੍ਹਾਂ ਪੀਟੀਵੀ ਤੇ ਕੋਈ ਕਨੈਕਸ਼ਨ ਲੱਭਾਂ, ਕਿਸੇ ਤਰ੍ਹਾਂ ਕੋਈ ਇੰਡਸਟਰੀ ਕਨੈਕਸ਼ਨ ਲੱਭਾਂ। ਉਸ ਵੇਲੇ ਲਾਹੌਰ ਦੀ ਇੰਡਸਟਰੀ ਵੀ ਉਰੂਜ ਤੇ ਸੀ ਤੇ ਪੀਟੀਵੀ ਉਰੂਜ ਤੇ ਸੀ, ਕਿਉਂਕਿ ਪੀਟੀਵੀ ਵਾਸ ਦਾ ਓਨਲੀ ਵਨ ਐਂਡ ਦਾ ਓਨਲੀ ਚੈਨਲ। ਤੇ ਉਹ ਜਿਹੜਾ ਸੀ ਆਪਣਾ ਬੜਾ ਮੁਸ਼ਕਿਲ ਸੀ ਪੀਟੀਵੀ ਤੇ ਆਣਾ, ਪੀਟੀਵੀ ਦੇ ਵਿੱਚ ਐਂਟਰ ਹੋ ਜਾਣਾ ਬੜੀ ਵੱਡੀ ਗੱਲ ਸੀ। ਉਹ ਮੈਨੂੰ ਬੜੀ ਟਾਈਮ ਲੱਗਾ ਹੁੰਦਾ ਸੀ। ਅੱਛਾ, ਫਿਰ ਲੱਕੀਲੀ ਇਹ ਹੋਇਆ ਕਿ ਮੇਰੇ ਇੱਕ ਦੋਸਤ ਸਨ, ਉਹਨਾਂ ਦੇ ਮੇਰੀ ਕਜ਼ਨ ਸੀ, वो आए सन नाटक तो पढ़न वास्ते। उन्होंने जेडे अगे किसी यूनिवर्सिटी पढ़ती रही सन क्लास फैलोज, वो पीटीवी ते इंजीनियर सन। ठीक है, नसरीन साहबा और शमीम साहबा मेरा
ਮੈਂ ਰਿਕਾਲ ਕਰ ਰਿਹਾ ਨਸਰੀਨ ਸਾਹਿਬਾ ਦਾ, ਇਸ ਲਈ ਮੈਨੂੰ ਯਾਦ ਹੈ ਕਿ ਉਹਨਾਂ ਨੇ ਮੈਨੂੰ ਇੰਟਰੋਡਿਊਸ ਕਰਾਇਆ ਆ ਕੇ ਉਹਨਾਂ ਨਾਲ। ਅੱਛਾ ਦੇਖੋ ਅੱਲਾਹ ਤਾਲਾ ਦਾ ਕਰਮ ਕੀ ਹੋਇਆ ਕਿ ਮੇਰੇ ਦਿਲ 'ਚ ਤੇ ਗੱਲ ਹੈ ਸੀ ਨਾ, ਲੇਕਿਨ ਮੈਂ ਇਸ ਤੋਂ ਪਹਿਲੇ ਕਿ ਉਹਨਾਂ ਦੇ ਸਾਹਮਣੇ ਕੋਈ ਇਜ਼ਹਾਰ ਕਰਦਾ, ਉਹਨਾਂ ਨੇ ਮੈਨੂੰ ਆਪ ਹੀ ਕਿਹਾ। ਮੈਂ ਉਹਨਾਂ ਦਿਨਾਂ 'ਚ ਇੱਥੇ ਐਮਏ ਇੰਗਲਿਸ਼ ਕਰ ਰਿਹਾ ਸੀ ਅੱਛਾ ਐਫਸੀ ਕਾਲਜ, ਤੇ ਉਹਨਾਂ ਨੇ ਅੱਛਾ ਸਾਡੇ ਵਾਲੇ ਸਾਹਿਬ ਦਾ ਇੱਕ ਜ਼ਰੂਰ ਸੀ, ਉਹ ਕਹਿੰਦੇ ਸਨ ਵੀ ਤੁਸੀਂ ਅਗਰ ਕੁਝ ਕਰਨਾ ਨਾ, ਤੁਹਾਡੀ ਅਗਰ ਕੋਈ ਨੀਅਤ ਹੈ ਕੁਝ ਕਰਨ ਦੀ, ਤਾਂ ਉਹ ਹੋ ਸਕਦਾ ਹੈ ਬਸ਼ਰਤੇ ਕਿ ਤਾਲੀਮ ਮੁਕੰਮਲ ਕਰੋ, ਅੱਛਾ ਪੜ੍ਹੋ। ਉਹ ਫਿਰ ਮੈਨੂੰ ਇੱਕ ਐਜ ਸੀ ਕਿ ਮੈਂ ਐਮਏ ਕਰ ਲਾਂਗਾ ਤਾਂ ਸ਼ਾਇਦ ਮੈਨੂੰ ਪਰਮਿਸ਼ਨ ਮਿਲ ਜਾਏ। ਸੋ ਮੈਂ ਐਮਏ ਤੇ ਕਰ ਰਿਹਾ ਸੀ। ਉਹਨਾਂ ਦਿਨਾਂ ਦੇ ਵਿੱਚ ਫਿਰ ਮੈਂ ਘੱਟ ਹੀ ਜ਼ਰਾ ਕੋਸ਼ਿਸ਼ ਕਰਦਾ ਸੀ ਇੱਧਰ ਉੱਧਰ ਜਾਣ ਦੀ। ਮੈਂ ਕਿ ਐਮਏ ਕਰ ਲਾਂ, ਜ਼ਰਾ ਟਫ ਜਿਹਾ ਸਬਜੈਕਟ ਹੈ। तो मैं इजहार नहीं किया। उन्होंने मैंने जो मुलाकात हुई मैंने उन्होंने आप ही कहने कि आप व्हाई डोंट यू कम ओवर टेलीविजन। मैं क्या अच्छा वालिद साहब ने किया? नहीं जी नहीं अच्छा, वो अच्छा। खातून खातून ने किया, ठीक है। नसरीन साहबा जिन्होंने नाल मेरी मुलाकात मेरी कज़न ने कराई करवाई, ठीक है। ਤੇ ਉਹਨਾਂ ਨੇ ਕਿਹਾ ਤੁਸੀਂ ਆਣਾ ਚਾਹੀਦਾ ਤੁਹਾਨੂੰ ਟੀਵੀ ਤੇ। ਮੈਂ ਕਿਹਾ ਆਣਾ ਚਾਹੀਦਾ? ਕਹਿੰਦੇ ਹਾਂ ਆਣਾ ਚਾਹੀਦਾ। ਮੈਂ ਕਿਹਾ ਮੈਨੂੰ ਕੌਣ ਲੈਗਾ, ਮੇਰਾ ਤਾਂ ਤੁਸੀਂ ਜਾਣਨ ਵਾਲਾ ਹੀ ਕੋਈ ਨਹੀਂ। ਉਹਨਾਂ ਨੇ ਕਿਹਾ ਮੈਂ ਲੈ ਜਾਵਾਂਗੀ ਤੁਹਾਨੂੰ, ਇਹ ਕਿਹੜੀ ਗੱਲ ਹੈ। ਉਹਨਾਂ ਨੇ ਫਿਰ ਕੰਬਰਲੀ ਸ਼ਾਹ ਸਾਹਿਬ ਮਰਹੂਮ ਸਾਡੇ ਬੜੇ ਸੀਨੀਅਰ ਪ੍ਰੋਡਿਊਸਰ ਸਨ, ਉਹਨਾਂ ਨਾਲ ਗੱਲ ਕੀਤੀ। ਫਿਰ ਉਹਨਾਂ ਨੇ ਪਹਿਲੇ ਪਿਕਚਰ ਮੰਗੀ, ਤਸਵੀਰਾਂ ਮੰਗੀਆਂ, ਫਿਰ ਮੈਨੂੰ ਬੁਲਵਾਇਆ। ਫਿਰ ਬਕਾਇਦਾ ਉਹਨਾਂ ਨੇ आजम खुर्शीद साहब को मेरा ऑडिशन कराया। ठीक है। हाँ प्रॉपर तरीके नाल ऑडिशन करा के ऑडिशन दा भी थोड़ा दसो ना कि ताकि कैसा हो तजुर्बा कैसा सी ਉਹ ਆਡੀਸ਼ਨ ਅੱਛਾ ਉਹਨਾਂ ਦਿਨਾਂ ਦੇ ਵਿੱਚ ਬੜੀ ਵੱਡੀ ਗੱਲ ਸੀ ਕਿ ਆਡੀਸ਼ਨ ਹੁੰਦਾ ਸੀ। ਹੁੰਦਾ ਸੀ ਉਸ ਤੋਂ ਬਗੈਰ ਬਹੁਤ ਘੱਟ ਹੁੰਦਾ ਸੀ ਕਿਸੇ ਨੂੰ ਚਾਂਸ ਮਿਲਦਾ ਸੀ। ਉਹਦੇ ਵਾਸਤੇ ਮੈਨੂੰ ਤਿਆਰੀ ਕਰਾਈ। ਕੰਬਰਲੀ ਸ਼ਾਹ ਸਾਹਿਬ ਨੇ ਇੱਕ ਸਕ੍ਰਿਪਟ ਦਿੱਤੀ। ਸਕ੍ਰਿਪਟ ਦੇ ਕੇ ਮੈਂ ਪਹਿਲੀ ਦਫਾ ਸ਼ਕਲ ਦੇਖੀ। ਉਹਨਾਂ ਨੇ ਕਿਹਾ ਤੁਸੀਂ ਇਹ ਕਰੈਕਟਰ ਦੇ ਡਾਇਲੌਗ ਯਾਦ ਕਰ ਲਓ, ਠੀਕ ਹੈ, ਤੇ ਇਹ ਤੁਹਾਨੂੰ ਅੰਦਰ ਬੁਲਾਣਗੇ ਤੇ ਤੁਹਾਡਾ ਆਡੀਸ਼ਨ ਕਰ ਲੈਣਗੇ। ਅੱਛਾ ਆਡੀਸ਼ਨ ਜਿਹੜੇ ਕਰ ਰਹੇ ਸਨ ਨੁਸਰਤ ਠਾਕੁਰ ਸਾਹਿਬ ਸਨ, ਠੀਕ ਹੈ, ਆਜ਼ਮ ਖੁਰਸ਼ੀਦ ਸਾਹਿਬ ਨਾਲ ਬੈਠੇ ਸਨ ਤੇ ਉਹਨਾਂ ਦਾ ਬੜਾ ਨਾਮ ਸੀ ਉਹਨਾਂ ਦਿਨਾਂ 'ਚ। ਜਿਨ੍ਹਾਂ ਨੂੰ ਟੀਵੀ ਨਾਲ ਸ਼ਗਫ ਨਹੀਂ ਵੀ ਸੀ ਨਾ, ਇਹ ਉਹ ਪ੍ਰੋਡਿਊਸਰ ਸਨ ਯਾਵਰ ਹਯਾਤ ਸਾਹਿਬ, ਨੁਸਰਤ ਠਾਕੁਰ ਸਾਹਿਬ, ਕੰਬਰਲੀ ਸ਼ਾਹ ਸਾਹਿਬ, ਜਿਨ੍ਹਾਂ ਨੂੰ ਆਮ ਪਬਲਿਕ ਵੀ ਜਾਣਦੀ ਸੀ। ਤੇ ਉਹਨਾਂ ਦਾ ਬੜਾ ਨਾਮ ਸੁਣਿਆ ਸੀ ਤੇ ਮੈਂ ਤਾਂ ਘਬਰਾਇਆ ਸੀ ਅੰਦਰੋਂ। ਮੈਂ ਕਿਹਾ ਠਾਕੁਰ ਸਾਹਿਬ ਬੈਠੇ ਨੇ ਅੰਦਰ। ਠਾਕੁਰ ਸਾਹਿਬ ਆਜ਼ਮ ਖੁਰਸ਼ੀਦ ਸਾਹਿਬ ਨੇ ਮੈਨੂੰ ਬੁਲਾ ਕੇ ਤੇ ਉਹਨੇ ਕਿਹਾ ਵੀ ਹਾਂ ਜੀ ਬੋਲੇ, ਡਾਇਲੌਗ ਬੋਲੇ। ਉਰਦੂ ਦਾ ਸਕ੍ਰਿਪਟ ਸੀ। ਮੈਂ ਬੋਲਿਆ, ਉਹਨਾਂ ਨੇ ਦੇਖਿਆ ਮੇਰੇ ਨਾਲ। ਉਸ ਤੋਂ ਬਾਅਦ ਉਹਨਾਂ ਨੇ ਕੈਮਰੇ 'ਚ ਮੇਰਾ ਸ਼ਾਟ ਲਿੱਤਾ ਤੇ ਠਾਕੁਰ ਸਾਹਿਬ ਨੂੰ ਮੇਰੇ ਸਾਹਮਣੇ ਪੁੱਛਦੇ ਨੇ ਜੀ ਦੱਸੋ। ਉਹਨਾਂ ਨੇ ਕਿਹਾ ਹਾਂ ਠੀਕ ਹੈ, ਮੁਰੰਮਤ ਹੋ ਸਕती है। अच्छा मुरम्मत हो सकती है। हाँ वर्ड्स में ढूंढ भी ना, मुरम्मत हो सकती है। हाँ ठीक है, हाँ अच्छा है। तो अच्छा है मेरे मुंह तो कह देना, मेरे से बड़ी बड़ी गल सी। बिल्कुल। वो खैर उन्होंने कहा ठीक है आप जाएं, हम आपको ज़रूर बुलाएंगे। वो फिर उस तो बाद मैंने पता चला कि उन्होंने फिर कार्ड भी मेरा अप्रूव हो गया। कार्ड बनता होता सी। हाँ जी। तो वो कार्ड मिल गया। फिर मैंने उन्होंने मोहतरमा ने, मैं उन्होंने बड़ा आई हैव अ हाई रिगार्ड फॉर हर, नसरीन साहबा, उन्होंने फिर मैंने जो है वो कार्ड भी दिता। फिर शाह जी ने ही मैंने अपने एक सीरियल इंडिपेंडेंट प्ले सी उर्दू का, उन्हें लॉन्ग प्ले, और मेरी पहली जी एंट्री सी वो मोहम्मद कवी खान साहब नाल सी ते वो बड़ा अच्छा रहा, लॉन्ग प्ले सी। उस तो बाद फिर एक सीरियल अयूब खावर साहब, अमजद साहब ने मैंने इंट्रोड्यूस कराया, ठीक है, उर्दू च, ठीक है। वैसे तो मेरी टीवी ते एंट्री हो गई ना, कंबरली शाह साहब ने करा दिता। उस तो बाद एक उर्दू प्ले भी उन्होंने ले लिया। फिर अमजद साहब ने मेरी एक मुशायरे च आरफ वाले मुलाकात हुई थी उत्थे। फिर मैं आई वॉज लकी इनफ कि उन्होंने मैंने खुद ही किया कि यार वो दोस्त ने तारफ कराया ना कि भी टीवी ते आ चुके। उन्होंने कहा भाई तेनू आना चाहिए, तू मैंने लाहौर आके मिलना है। अच्छा। मैं उन्होंने मिलया तो उन्होंने देना सीरियल कर रहे थे दिन। अच्छा। दैट वाज माय फर्स्ट सीरियल और उर्दू ਦਾ ਸੀ, ਬੜਾ ਅੱਛਾ ਗਿਆ ਸੀ। ਇਹ ਤਾਂ ਥੋੜਾ ਨੋਸਟੈਲਜੀਆ ਅਸੀਂ ਚਲੇ ਗਏ ਔਰ ਕਾਫੀ ਚੀਜ਼ਾਂ ਅਸੀਂ ਵੇਖ ਵੀ ਲਈਆਂ। ਔਰ ਪਹਿਲਾ ਮਤਲਬ ਤੁਸੀਂ ਪਹਿਲੀ ਦਫਾ ਜਦੋਂ ਕੈਮਰੇ ਨੂੰ ਫੇਸ ਕੀਤਾ ਹੋਣਾ ਉਦੋਂ ਵੀ ਕੁਝ ਨਾ ਕੁਝ ਹੋਇਆ ਹੀ ਹੋਣਾ। ਇੱਕ ਤੇ ਹੁੰਦਾ ਨਾ ਕਿ ਤੁਸੀਂ ਆਡੀਸ਼ਨ ਦੇ ਰਹੇ ਹੋ ਔਰ ਇੱਕ ਫਿਰ ਜਦੋਂ ਸੈੱਟ ਲੱਗ ਜਾਂਦਾ ਉਦੋਂ ਵੀ ਡਰ ਲੱਗਦਾ। ਪਹਿਲੀ ਦਫਾ ਲੱਤ ਕੰਬਦੀ ਏ, ਸਾਹ ਫੁੱਲਦਾ, ਉਹ ਸਾਰਾ ਸਿਚੁਏਸ਼ਨ ਹੁੰਦੀ ਹੈ ਨਾ। ਤੇ ਜਦੋਂ ਮਤਲਬ ਤੁਹਾਨੂੰ ਆਪਣੀ ਜਰਨੀ ਆਪ ਹੀ ਕਿਵੇਂ ਬੀਇੰਗ ਐਨ ਐਕਟਰ ਲੱਗਦੀ ਹੈ ਕਿ ਪਹਿਲੀ ਦਫਾ ਕੈਮਰਾ ਆਨ ਹੋਇਆ, ਲਾਈਟ ਆਨ ਹੋਈ, ਲੋਕ ਆਲੇ ਦੁਆਲੇ ਇੱਕ ਸਕ੍ਰਿਪਟ ਦਿੱਤਾ ਗਿਆ, ਕੁਝ ਲਾਈਨਾਂ ਸਨ, ਉਹ ਤੁਸੀਂ ਪਰਫਾਰਮ ਕੀਤਾ, ਰਾਈਟ। ਫਿਰ ਗ੍ਰੈਜੂਅਲੀ ਕਰਦੇ ਕਰਦੇ ਤੁਹਾਨੂੰ ਲੱਗਦਾ ਕਿ ਫਿਰ ਤੁਸੀਂ ਕਿਸ ਤਰ੍ਹਾਂ ਗਰੂਮ ਹੋਏ ਹੋ ਬੀਇੰਗ ਐਨ ਐਕਟਰ ਔਰ ਮੁਖਤਲਿਫ ਕਿਰਦਾਰ ਕਰਨ ਦੇ ਨਾਲ ਕੀ ਚੀਜ਼ਾਂ ਲੋਕਾਂ ਕੋਲ ਸਿੱਖੀਆਂ, ਸੈੱਟ ਤੇ ਸਿੱਖੀਆਂ, ਕਿਸ ਤਰ੍ਹਾਂ ਉਹ ਹੁੰਦਾ ਇੱਕ ਜਰਨੀ ਥੋੜੀ ਜਿਹੀ ਉਹ ਵੀ। ਦੇਖੋ ਜੀ ਲਰਨ ਤੇ ਬੰਦਾ ਆਲਵੇਜ਼ ਲਰਨ ਕਰਦਾ ਹੈ। ਬਿਲਕੁਲ ਉੱਥੇ ਕਦੀ ਵੀ ਇਹ ਨਹੀਂ ਹੋ ਸਕਦਾ ਕਿ ਮੈਂ ਹੁਣ ਕੋ ਬਹੁਤ ਵੱਡਾ ਐਕਟਰ ਬਣ ਗਿਆ। ਲੇਕਿਨ ਇਹ ਜ਼ਰੂਰ ਹੈ ਕਿ ਮੈਂ SPTV ਤੋਂ ਬਹੁਤ ਕੁਝ ਸਿੱਖਿਆ ਹੈ। ਉਸ ਦੌਰ ਵਿੱਚ ਚੂੰਕਿ ਰਿਹਰਸਲਸ ਬਹੁਤ ਜ਼ਰੂਰੀ ਹੁੰਦੀਆਂ ਸਨ, 3 ਰਿਹਰਸਲਸ ਹੁੰਦੀਆਂ ਸਨ ਔਰ ਰਿਹਰਸਲਸ ਦੇ ਵਿੱਚ ਪ੍ਰੋਡਿਊਸਰ, ਰਾਈਟਰ ਪਲੱਸ ਸਾਰੀ ਕਾਸਟ, ਪੂਰੀ ਕਾਸਟ। ਹੁਣ ਉਹ ਅਮਜਦ ਸਾਹਿਬ ਦੇ ਸੀਰੀਅਲ ਵਿੱਚ ਸਾਰੀ ਯੂਜੂਅਲੀ ਬੜੀ ਸੀਨੀਅਰ ਕਾਸਟ ਹੁੰਦੀ ਸੀ, ਹਮੇਸ਼ਾ ਬੜੇ ਅੱਛੇ ਐਕਟਰ ਔਰ खूब भरमार होंदी सी एक्टरां दी।
ਤੇ ਉਹਨਾਂ ਦੇ ਵਿੱਚ ਬਹਿ ਕੇ, ਚੂੰਕਿ ਸਟਾਰਟ ਹੀ ਮੇਰਾ ਇੱਥੋਂ ਹੋਇਆ ਔਰ ਅਮਜਦ ਸਾਹਿਬ ਵੀ ਬੈਠੇ ਹੁੰਦੇ ਸਨ ਤੇ ਉੱਥੇ ਡਾਇਲੌਗ ਬੋਲਣਾ, ਲੇਕਿਨ ਉਹ ਜਿਹੜਾ ਸੀ ਨਾ ਮਾਹੌਲ, ਉਹ ਇਤਨਾ ਅੱਛਾ ਹੁੰਦਾ ਸੀ ਕਿ ਖੌਫ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਯਕੀਨਨ ਬਹੁਤ ਜ਼ਿਆਦਾ ਸੀ ਅੰਦਰ ਹੀ ਅੰਦਰ, ਕਿ ਯਾਰ ਉਹ ਲੋਕ ਜਿਨ੍ਹਾਂ ਨੂੰ ਅਸੀਂ ਟੀਵੀ ਸਕਰੀਨ ਤੇ ਦੇਖਦੇ ਆ ਜਾਂ ਆਈਡੀਅਲਾਈਜ਼ ਕਰਨੇ ਆ ਜਾਂ ਕਦੀ ਮਿਲਣ ਦੇ ਬਾਰੇ ਸੋਚਣਾ ਹੈ ਕਿ ਯਾਰ ਕਦੀ ਮੁਲਾਕਾਤ ਹੋਏਗੀ, ਉਹਨਾਂ ਨਾਲ ਮੈਂ ਬੈਠਾ ਹਾਂ। ਕਵੀ ਖਾਨ ਸਾਹਿਬ, ਫਿਰਦੌਸ ਜਮਾਲ ਸਾਹਿਬ, ਮੈਂ ਆਬਦ ਅਲੀ ਸਾਹਿਬ ਨਾਲ, ਇਹਨਾਂ ਸਭ ਲੋਕਾਂ ਨਾਲ ਮੈਂ ਸਟਾਰਟ 'ਚ ਹੀ ਕੰਮ ਕਰ ਲਿਆ ਸੀ। ਵਾਹ। ਇੱਕ ਤਾਂ ਇਹ ਹੋਇਆ ਕਿ ਵੀ ਇਹਨਾਂ ਨਾਲ ਮੈਨੂੰ ਫਾਇਦਾ ਹੋਇਆ ਕਿ ਮੇਰਾ ਸਟਾਰਟ 'ਚ ਹੀ ਡਰ ਲੈ ਗਿਆ। ਅੱਛਾ। ਕਿ ਜਦੋਂ ਮੈਂ ਬੜੇ ਐਕਟਰ ਨਾਲ ਕੰਮ ਕਰ ਲਿਆ ਤੇ ਫਿਰ ਉਹ ਇੱਕ ਕੌਨਫੀਡੈਂਸ ਆ ਜਾਂਦਾ ਨਾ ਬੰਦੇ ਦੇ ਅੰਦਰ ਕਿ ਯਾਰ ਮੈਂ ਤੇ ਹੁਣ ਇਹਨਾਂ ਨਾਲ ਵੀ ਕੰਮ ਕੀਤਾ ਹੈ, ਇਹਨਾਂ ਨਾਲ ਵੀ ਕੀਤਾ ਹੈ, ਤੇ ਚਲੋ ਹੁਣ ਅਗਰ ਇਹ ਨੇ ਤੇ ਖੈਰ ਹੈ, ਉਹ ਬੰਦਾ ਸਾਰਿਆਂ ਨਾਲ ਕਰ ਲੈਂਦਾ। ਦੂਸਰਾ ਇਹ ਸੀ ਕਿ ਵੀ ਉਹ ਲੋਕ ਬੜੇ ਹੀ ਬਹੁਤ ਹੀ ਪੋਲਾਈਟ, ਬੜੇ ਕੋਆਪਰੇਟਿਵ, ਮਤਲਬ ਯੂ ਕਾਂਟ ਇਮੇਜਿਨ। ਅੱਛਾ। ਹਾਂ, ਕਿ ਇਹ ਹੁਣ ਬਲਕਿ ਉਹ ਚੀਜ਼ ਨਹੀਂ ਹੈ। ਹੁਣ ਤੇ ਜਿਹੜਾ ਨਵਾਂ ਐਕਟਰ ਹੈ ਉਹ ਤੁਹਾਡਾ ਨਾਲ ਵੱਡਾ ਐਕਟਰ ਸਮਝ ਰਿਹਾ ਹੁੰਦਾ ਆਪਣੇ ਆਪ ਨੂੰ। ਉਹ ਜਦੋਂ ਸੈੱਟ ਤੇ ਆਂਦਾ ਹੈ, ਉਹਦੀਆਂ ਆਣੀਆਂ ਦੇਖੋ ਤੁਸੀਂ, ਉਹਦੀ ਜਾਣੀਆਂ ਦੇਖੋ ਤੁਸੀਂ, ਉਹਦੀ ਗੁਫ਼ਤਗੂ ਸੁਣੋ, ਉਹਦੇ ਸਟਾਈਲ ਦੇਖੋ, ਤੁਸੀਂ ਆਪਣੇ ਆਪ ਨੂੰ ਜ਼ੀਰੋ ਸਮਝਣ ਲੱਗ ਪੈਂਦੇ ਹੋ ਕਿ ਯਾਰ ਮੈਂ ਤਾਂ ਕੁਝ ਵੀ ਨਹੀਂ, ਮੈਂ ਤੇ ਕੀਤਾ ਹੀ ਸ਼ਾਇਦ ਕੁਝ ਨਹੀਂ, ਸਾਰਾ ਕੁਝ ਤੇ ਇਹ ਕਰ ਰਿਹਾ। ਉਦੋਂ ਨਹੀਂ ਸੀ, ਉਦੋਂ ਉਹ ਜਿਹੜਾ ਸੋਸ਼ਲ ਮੀਡੀਆ ਤੇ ਕੀਤਾ ਹੋਵੇ। ਹਾਂ, ਭਾਵੇਂ ਸੋਸ਼ਲ ਮੀਡੀਆ ਟਿਕਟੌਕ ਕਰਕੇ ਆਇਆ ਹੋਵੇ, ਬਲਕਿ ਇਹ ਚੀਜ਼ ਜ਼ਿਆਦਾ ਦੇਖੀ ਜਾਂਦੀ ਜਿਹੜੀ ਸੋਸ਼ਲ ਮੀਡੀਆ ਤੇ, ਮਤਲਬ ਅੱਜ ਕੱਲ ਤੁਸੀਂ ਉਹਨਾਂ ਨੂੰ ਸਟਾਰਸ ਕਹਿ ਲਓ ਭਾਵੇਂ ਸੋਸ਼ਲ ਮੀਡੀਆ ਤੇ, ਉਹਨਾਂ 'ਚ ਇਹ ਚੀਜ਼ ਜ਼ਿਆਦਾ ਹੁੰਦੀ ਹੈ। ਤੇ ਇਹ ਇੱਕ ਮਤਲਬ ਐਟੀਟਿਊਡ ਖਰਾਬ ਨਹੀਂ ਕਿ ਬਜਾਏ ਅਸੀਂ ਕਿ ਇਸ ਆਪਣੇ ਸੀਨੀਅਰ ਤੋਂ ਸਿੱਖੀਏ, ਅਸੀਂ ਖੁਦ ਨੂੰ ਬਹੁਤ ਕੁਝ ਸਮਝ ਲਈਏ। ਤੁਸੀਂ ਇਸ ਹਵਾਲੇ 'ਚ ਕੀ ਕਹੋਗੇ? ਜ਼ਾਹਿਰ ਹੈ ਕਿ ਇਹਦੇ 'ਚ ਤੁਸੀਂ ਫਿਰ ਲਰਨ ਤਾਂ ਨਹੀਂ ਕਰ ਸਕਦੇ। ਜਦੋਂ ਤੁਸੀਂ ਪਹਿਲੇ ਹੀ ਆਪਣੇ ਆਪ ਨੂੰ ਇੱਕ ਬਿਗ ਗਨ ਸਮਝ ਲਿਆ ਹੈ ਤਾਂ ਤੁਸੀਂ ਲਰਨ ਕੀ ਕਰੋਗੇ? ਬਿਲਕੁਲ ਸਹੀ। ਜਦੋਂ ਤੁਸੀਂ ਹੰਬਲ ਹੋ ਕੇ ਆਉਂਦੇ ਹੋ, ਜਦੋਂ ਤੁਸੀਂ ਡਾਊਨ ਟੂ ਅਰਥ ਹੋ ਕੇ ਆਉਂਦੇ ਹੋ, ਉਦੋਂ ਹੀ ਤੁਸੀਂ ਸਮਝ ਸਕਦੇ ਹੋ ਇਹ ਜ਼ਿੰਦਗੀ ਦਾ ਫਾਰਮੂਲਾ ਹੈ। ਜਦੋਂ ਤੁਸੀਂ ਆਪਣੇ ਅੰਦਰ ਗੁੰਜਾਇਸ਼ ਹੀ ਨਹੀਂ ਪੈਦਾ ਕਰ ਰਹੇ ਸਿੱਖਣ ਦੀ, ਦੇਖੋ ਨਾ, ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਬਿਗ ਗਨ ਸਮਝ ਕੇ ਆ ਗਏ ਹੋ, ਇਹਦਾ ਮਤਲਬ ਤੁਸੀਂ ਤੇ ਉਹ ਸਪੇਸ ਹੀ ਖਤਮ ਕਰ ਲਈ ਹੈ। ਜਿੱਥੇ ਤੁਸੀਂ ਲੈਣਾ ਕੁਝ, ਜਿੱਥੇ ਤੁਸੀਂ ਸਮਾਜ ਆਏ ਤੁਹਾਡੇ ਅੰਦਰ ਕੋਈ ਚੀਜ਼, ਕਿਸੇ ਕੋਲ ਤੁਸੀਂ ਪੁੱਛਣਾ, ਪੁੱਛਣ ਦਾ ਤੁਸੀਂ ਨਾਂ ਹੀ ਨਹੀਂ ਲੈ ਰਹੇ, ਤੁਸੀਂ ਕਹਿੰਦੇ ਮੈਨੂੰ ਤਾਂ ਇਹਨਾਂ ਨੂੰ ਜ਼ਿਆਦਾ ਪਤਾ ਹੈ। ਅਸੀਂ ਤਾਂ ਪੁੱਛਦੇ ਹੁੰਦੇ ਸਾਂ। ਮੈਂ ਤੇ ਬਹਿ ਕੇ, ਤੁਸੀਂ ਯਕੀਨ ਕਰੋ ਕਿ ਮੇਰਾ ਜਿਹੜਾ ਸੀਰੀਅਲ ਸੀ ਨਾ ਦਿਨ, ਉਹਦੇ ਵਿੱਚ ਮੈਂ ਚਲਾ ਗਿਆ, ਮੇਰੀ ਸਲਾਮ ਦੁਆ ਹੋਈ ਹੈ ਜੀ ਉਹਨਾਂ ਦੇ ਨਾਲ, ਮੁਨੱਵਰ ਸਈਦ ਸਾਹਿਬ ਨਾਲ। ਅੱਛਾ। ਤੇ ਬੜੇ ਸੀਨੀਅਰ ਐਕਟਰ ਸਨ ਤੇ ਉਹਨਾਂ ਨੇ ਮੈਨੂੰ ਬੜਾ ਇੰਨੇ ਪਿਆਰ ਨਾਲ ਮਿਲੇ ਕਿ ਮੈਨੂੰ ਹੌਸਲਾ ਹੋਇਆ ਤੇ ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਜੀ ਮੈਂ ਇਹ ਜਿਹੜਾ ਸਕ੍ਰਿਪਟ ਹੈ ਇਹ ਲੈ ਕੇ ਤੁਹਾਡੇ ਕੋਲ ਨਾ ਆ ਜਾ। ਮਤਲਬ ਸ਼ੌਕ ਸੀ ਨਾ, ਇੱਕ ਸ਼ੌਕ ਹੁੰਦਾ ਸੀ ਕਿ ਨਹੀਂ ਸਿੱਖਣਾ ਹੈ ਬਈ, ਇਹਦੇ ਵਿੱਚ ਬੇਇੱਜ਼ਤੀ ਨਹੀਂ ਹੋਣੀ ਚਾਹੀਦੀ ਯਾਰ। ਉਹ ਅਸੀਂ ਕਹਿੰਦੇ ਹੁੰਦੇ ਸੀ ਨਾ, ਅਗਰ ਕਿਸੇ ਲਈ ਟੀਵੀ ਤੇ ਕੋਈ ਥੋੜਾ ਜਿਹਾ ਵਿਚਾਰਾ ਰਾਜਾ ਡਾਊਨ ਤੇ, ਯਾਰ ਇਹ ਕਿੱਥੋਂ ਆ ਗਿਆ ਯਾਰ, ਇਹਨੂੰ ਟੀਵੀ ਤੇ ਕਿੰਨੇ ਲੈ ਲਿਆ ਯਾਰ, ਇਹ ਸਿਫਾਰਸ਼ੀ ਲੱਗਦਾ। ਤੇ ਮੈਂ ਅੱਲਾ ਕੋਲ ਡਰਦਾ ਹੁੰਦਾ ਸੀ ਕਿ ਮੇਰੇ ਬਾਰੇ 'ਚ ਕੋਈ ਇਹ ਨਾ ਕਵੇ ਕਿ ਯਾਰ ਇਹ ਕਿਵੇਂ ਆ ਗਿਆ, ਇਹ ਨਹੀਂ ਹੋਣਾ ਚਾਹੀਦਾ। ਅੱਲਾ ਕੋਲੋਂ ਵੀ ਦੁਆ ਮੰਗਣੀ। ਆਪ ਤੁਸੀਂ ਯਕੀਨ ਕਰੋ ਇੰਨੀ ਡਿਵੋਸ਼ਨ ਹੁੰਦੀ ਸੀ ਕਿ ਮੈਂ ਬਾਕਾਇਦਾ ਆਇਤੁਲ ਕੁਰਸੀ ਪੜ੍ਹ ਕੇ, ਜੋ ਉਹ ਮੇਰੀ ਹੁਣ ਵੀ ਆਦਤ ਹੈ, ਅੱਲਾ ਨੂੰ ਯਾਦ ਕਰਕੇ ਆਣਾ, ਕਿਉਂਕਿ ਇਹ ਛੋਟਾ ਕੰਮ ਨਹੀਂ ਹੈ, ਇਹ ਬਹੁਤ ਬੜਾ ਕੰਮ ਹੈ ਔਰ ਇਹ ਅੱਲਾ ਦੀ ਦੇਣ ਤੋਂ ਬਗੈਰ ਹੋ ਹੀ ਨਹੀਂ ਸਕਦਾ। ਬਿਲਕੁਲ ਜੀ। ਤੁਸੀਂ ਇਹਦੇ 'ਚ ਲੁਕ ਹੀ ਨਹੀਂ ਸਕਦੇ ਨਾ, ਤੁਸੀਂ ਇਹਦੇ 'ਚ ਆਪਣੇ ਆਪ ਨੂੰ ਲੁਕਾ ਹੀ ਨਹੀਂ ਸਕਦੇ। ਤੁਸੀਂ ਸਾਹਮਣੇ ਆ ਜਾਣਾ, ਜੋ ਸਕਰੀਨ ਤੇ ਹਰ ਚੀਜ਼ ਤੁਹਾਡੇ ਸਾਹਮਣੇ ਆ ਜਾਣੀ। ਹਾਂ ਬਿਲਕੁਲ। ਤੇ ਅੱਲਾ ਨੂੰ ਯਾਦ ਕਰਕੇ ਹੁਣ ਵੀ ਮੈਂ ਆਣਾ, ਉਦੋਂ ਵੀ ਇਹੀ ਗੱਲ ਸੀ। ਅੱਛਾ। ਤੇ ਫਿਰ ਮੈਂ ਉਹਨਾਂ ਕੋਲ ਗਿਆ, ਉਹਨਾਂ ਨੇ ਬੜੇ ਮਿਹਰਬਾਨ ਸਨ ਕਿ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਘਰ ਆਓ। ਮੈਂ ਘਰ ਗਿਆ, ਚਾय ਪਿਲਾਈ ਉਹਨਾਂ ਨੇ, ਉਹਨਾਂ ਦੀ ਬੇਗਮ ਸਾਹਿਬਾ ਆ ਕੇ ਬੈਠ ਗਈਆਂ। ਉਹਨਾਂ ਨੇ ਕਿਹਾ ਦੇਖੋ ਬੱਚੇ ਨੂੰ ਕਿੰਨਾ ਸ਼ੌਕ ਹੈ ਅੱਛਾ ਕਿ ਤੁਹਾਡੇ ਕੋਲ ਘਰ ਪੁੱਛਣ ਆਇਆ। ਉਹਨਾਂ ਨੇ ਕਿਹਾ ਜੀ ਪੜੋ ਤੁਸੀਂ। ਮੈਂ ਪੜ੍ਹੇ ਡਾਇਲੌਗ, ਉਹਨਾਂ ਨੇ ਕਿਹਾ ਯਾਰ ਤੈਨੂੰ ਜ਼ਰੂਰਤ ਹੀ ਨਹੀਂ, ਮੈਂ ਤੈਨੂੰ ਟੂ ਬੀ ਵੈਰੀ ਟਰੂ, ਤੂੰ ਬਹੁਤ ਅੱਛਾ ਬੋਲਦਾ, ਤੇਰੀ ਡਾਇਲੌਗ ਡਿਲੀਵਰੀ ਬਹੁਤ ਅੱਛੀ ਹੈ। ਅੱਛਾ ਸਰ, ਤੁਸੀਂ ਕਿਹਾ ਕਿ ਮੇਰਾ ਆਗਾਜ਼ ਵੀ ਪੰਜਾਬੀ ਤੋਂ ਹੀ ਹੋਇਆ ਔਰ ਪੀਟੀਵੀ ਤੇ ਜਿਵੇਂ ਕਾਰਡ ਬਣ ਜਾਣਾ ਵੀ ਇੱਕ ਬੜੀ ਗੱਲ ਹੁੰਦੀ ਸੀ ਉਸ ਜ਼ਮਾਨੇ ਦੇ ਵਿੱਚ, ਹੈ ਨਾ। ਤੇ ਉਹ ਉਦੋਂ ਜਦੋਂ ਉਹ ਵਾਲਾ ਮਾਹੌਲ ਵੀ ਥੋੜਾ ਦੱਸੋ ਕਿ ਉਹ ਕੀ ਕਰੈਕਟਰ ਸੀ ਤੁਹਾਡਾ ਪਹਿਲਾ, ਔਰ ਉਹ ਡਾਇਲੌਗ ਕੀ ਸੀ ਪਹਿਲਾ, ਔਰ ਉਹਨੂੰ ਕਿਵੇਂ ਪ੍ਰਿਪੇਅਰ ਕੀਤਾ ਸੀ, ਕਿਵੇਂ 5-6 ਵਾਰ ਤਰੀਕੇ ਨਾਲ ਬੋਲਿਆ ਸੀ? ਤੁਸੀਂ ਅੱਛਾ ਕੀਤਾ ਪੁੱਛ ਲਿਆ, ਕਿਉਂਕਿ ਉਹਦੇ ਵਿੱਚ ਮੇਰੇ ਬੜੀ ਮਜ਼ੇਦਾਰ ਤੁਹਾਨੂੰ ਛੋਟਾ ਜਿਹਾ ਵਾਕਿਆ ਵੀ ਸੁਣਾ ਦਿੰਦਾ। ਉਹ ਕਰੈਕਟਰ ਉਹ ਕੁਦਰਤੀ ਤੌਰ ਦੇ ਉੱਤੇ ਮੇਰੀ ਤੁਸੀਂ ਕਹਿ ਲਓ ਬੈਡ ਲੱਕ ਇੱਕ ਹਵਾਲੇ ਨਾਲ। ਉਹ ਕਰੈਕਟਰ ਤਾਂ ਮੇਨ ਸੀ, ਛੋਟਾ ਜਿਹਾ ਪਲੇ ਸੀ, ਲੇਕਿਨ ਉਹ ਸੀ ਮੋਚੀ ਦਾ ਪੁੱਤਰ। ਠੀਕ ਹੈ। ਅੱਛਾ ਉਹ ਹੁਣ ਸਾਡੇ ਤਾਂ ਉਹ ਤਾਂ ਡਰਾਮਾ ਸੀ, ਮੈਂ ਉਹ ਕਰੈਕਟਰ ਕਰ ਲਿਆ। ਉਹਦੇ ਵਿੱਚ ਉਹ ਇਹ ਮੋਚੀ ਦਾ ਪੁੱਤਰ ਹੈ, ਹਰ ਜਗ੍ਹਾ ਨੂੰ ਤਾਨੇ ਮਿਲਦੇ ਨੇ, ਪੜ੍ਹ ਨਹੀਂ ਸਕਦਾ, ਪਿੰਡ ਦਾ ਚੌਧਰੀ ਹੈ, ਉਹਨੂੰ ਕੁਝ ਬਣ ਨਹੀਂ ਦਿੰਦਾ। ਉਹ ਪਿਓ ਨੂੰ ਕਹਿੰਦਾ, ਉਹਦੇ ਮੋਚੀ ਨੂੰ ਕਹਿੰਦਾ ਓਏ ਇਹਨੂੰ ਕੀ ਕਰਨਾ ਪੜ੍ਹਾ ਕੇ, ਓਏ ਇਹਨੇ ਰਹਿਣਾ ਤਾਂ ਮੋਚੀ ਹੈ, ਤੂੰ ਇਹਨੂੰ ਕਿੱਥੇ ਲੈ ਜਾਣਾ, ਇਹਨੇ ਕੋਈ ਅਫਸਰ ਬਣ ਜਾਣਾ। ਉਹਨੂੰ ਹਰ ਜਗ੍ਹਾ ਡਿਸਕਰੇਜ ਕੀਤਾ ਜਾਂਦਾ, ਉਹਨੂੰ ਪੜ੍ਹਨ ਦਾ ਸ਼ੌਕ। ਇਸ ਤਰ੍ਹਾਂ ਦਾ ਡਰਾਮਾ ਸੀ। ਠੀਕ ਹੈ। ਉਹ ਡਰਾਮਾ ਚੱਲਿਆ, ਮੈਂ ਘਰ 'ਚ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਡਰਾਮੇ 'ਚ ਕੰਮ ਕਰ ਲਿਆ ਹੈ। ਅੱਛਾ। ਹਾਂ, ਮੈਂ ਵਾਰਫ ਵਾਲੇ ਲੁਕੋ ਕੇ ਰੱਖਿਆ। ਹਾਂ, ਕੰਮ ਹੋ ਗਿਆ ਇੱਥੇ, ਰਿਕਾਰਡਿੰਗ ਹੋ ਗਈ। ਜਦੋਂ ਰਿਕਾਰਡਿੰਗ ਹੋ ਗਈ ਤੇ ਮੇਰੇ ਜਿਹੜੇ ਸਨ ਭਾਈ ਵੱਡੇ, ਆਮ ਦਾ ਯੰਗੈਸਟ ਵਨ, ਵੀ ਵਰ 7 ਬ੍ਰਦਰਸ, ਲੇਕਿਨ 2 ਦੀ ਡੈਥ ਹੋ ਗਈ। ਤੇ ਸਾਰੇ ਮੇਰੇ ਨਾਲ ਬੜਾ ਪਿਆਰ ਕਰਦੇ ਸੀ। ਤੇ ਮੈਂ 2 ਭਾਈ ਜਿਹੜੇ ਲੀਨੀਅਰ ਸਨ ਨਾ, ਉਹਨਾਂ ਨੂੰ ਦੱਸ ਦਿੱਤਾ। ਉਹ ਬੜੇ ਲੀਨੀਅਰ ਸਨ, ਰਾਈਟਰ ਵੀ ਸਨ, ਪ੍ਰਿੰਸੀਪਲ ਸਨ। ਤੇ ਉਹਨਾਂ ਨੂੰ ਮੈਂ ਦੱਸ ਦਿੱਤਾ ਤੇ ਉਹਨਾਂ ਨੇ ਕਿਹਾ ਯਾਰ ਤੂੰ ਅੱਛਾ ਕੀਤਾ, ਤੇਰਾ ਸ਼ੌਕ ਸੀ, ਤੁਹਾਨੂੰ ਲੱਗਦਾ ਤੂੰ ਸਾਨੂੰ ਕਦੇ ਦੱਸਿਆ ਨਹੀਂ। ਮੈਂ ਕਿਹਾ ਜੀ ਹਾਂ।
ਤੇ ਹੁਣ ਅੱਬਾ ਜੀ ਦਾ ਸਾਹਮਣਾ ਕਿਵੇਂ ਕਰੇਗਾ। ਮੈਂ ਕਿਹਾ ਜੀ ਇਸ ਲਈ ਤੁਹਾਨੂੰ ਦੱਸਿਆ ਕਿ ਤੁਸੀਂ ਜ਼ਰਾ ਥੋੜਾ ਜਿਹਾ ਕੰਮ ਨੂੰ ਮਾਹੌਲ ਨੂੰ ਸਪੋਰਟ ਕਰੋ ਮੇਰੀ ਥੋੜਾ ਜਿਹਾ ਹਾਂ। ਬਿਲਕੁਲ ਅੱਛਾ ਉਹ ਹੁਣ ਬੈਠੇ ਸਨ ਸਾਡੇ ਅੱਬਾ ਜੀ ਉੱਥੇ ਬਾਹਰ ਨਾ ਬੈਠਦੇ ਸਨ ਤੇ ਉਹ ਅੱਛਾ। ਮੁਰੀਦ ਤੇ ਦੋਸਤ ਲੋਕ ਆ ਕੇ ਬੈਠ ਜਾਂਦੇ ਸਨ ਉਹਨਾਂ ਕੋਲ ਤੇ ਉਹਨਾਂ ਨੇ ਕਿਹਾ, ਇੱਕ ਬੰਦੇ ਨੇ ਆ ਕੇ ਉਹਨਾਂ ਨੇ ਕਿਹਾ ਪੀਰ ਸਾਈਂ, ਅੱਛਾ ਉਹ ਚੰਗ ਦੀ ਜ਼ੁਬਾਨ ਬੋਲਦੇ ਸਨ ਸਾਡੇ ਅੱਬਾ ਜੀ। ਉਹਨਾਂ ਨੇ ਕਿਹਾ ਪੀਰ ਸਾਈਂ ਮੁਬਾਰਕ ਹੋਵੇ। ਕਿਹੜੀ ਗੱਲ ਦੀ ਮੁਬਾਰਕ ਬਾਈ? ਪੁੱਤਰ ਤੁਹਾਡਾ ਜਿਹੜਾ ਹੈ ਉਹ ਟੀਵੀ ਤੇ ਆ ਗਿਆ। ਟੀਵੀ ਤੇ ਆ ਗਿਆ ਕੀ ਮਤਲਬ? ਮੈਂ ਕਿਹਾ ਜੀ ਟੀਵੀ ਤੇ ਉਸ ਡਰਾਮਾ ਕੀਤਾ ਹੈ। ਉਸੇ ਡਰਾਮਾ ਕੀਤਾ ਕੀ ਕੀਤਾ? ਮੈਂ ਕੀਤਾ ਕਿ ਇਸ ਮੋਚੀ ਦਾ ਪੁੱਤਰ ਬਣਿਆ। उनको तो इसी बात पे उन्होंने तो ऐसे गल गुस्सा चढ़ गया अच्छा उन्होंने क्या है जे कुछ करना भी सी तो कुछ चंगा तो बनदा ਬਣਿਆ ਵੀ ਜਾ ਕੇ ਤੇ ਮੋਚੀ ਦਾ ਪੁੱਤਰ ਬਣੇ। ਉਹਨਾਂ ਇਸ ਗੱਲ ਤੋਂ ਗੁੱਸਾ ਚੜ ਗਿਆ। ਹਾਲਾਂਕਿ ਉਹਦੇ ਕੈਰੈਕਟਰ ਸੀ, ਉਹ ਕੈਰੈਕਟਰ ਸੀ। ਮਤਲਬ ਤੁਸੀਂ ਉਹਨਾਂ ਦੀ ਸਾਦਗੀ ਕਹਿ ਲਓ ਜਾਂ ਉਹਨਾਂ ਦੀ ਇੰਨੇ ਅਲੂਫ ਸਨ ਟੀਵੀ ਜਾਂ ਸਾਡਾ ਕਲਚਰ ਕਹਿ ਲਓ, ਜਾਂ ਹਾਂ ਸਾਡਾ ਕਲਚਰ ਕਹਿ ਲਓ ਸੀ, ਨਾ, ਹਾਂ ਬੈਕਗ੍ਰਾਉਂਡ ਸੀ ਤੇ ਉਹਨਾਂ ਨੂੰ ਅੱਛਾ ਨਹੀਂ ਲੱਗਾ। ਫਿਰ ਉਹਨਾਂ ਨੇ ਗੁੱਸਾ ਕੀਤਾ, ਮੈਨੂੰ ਜਾ ਕੇ ਲੜੇ ਵੀ ਇੱਕ ਤਾਂ ਟੀਵੀ ਤੇ ਆਇਆ ਉਹ ਤੋਂ ਮੋਚੀ ਦਾ ਪੁੱਤਰ ਬਣਿਆ। ਸਹੀ ਅੱਛਾ ਤੁਸੀਂ ਜਦੋਂ ਸ਼ੁਰੂਆਤ ਕੀਤੀ ਸਾਰੀ ਗੱਲ ਬਹੁਤ ਸਾਰੀਆਂ ਯਾਦਾਂ ਕੁਝ ਸ਼ੇਅਰ ਵੀ ਕੀਤੀਆਂ ਸਾਡੇ ਨਾਲ, ਘਰਦਿਆਂ ਦਾ ਰਿਐਕਸ਼ਨ ਵੀ ਦੱਸਿਆ। ਤੁਸੀਂ ਕੀ ਸਮਝਦੇ ਹੋ ਕਿ ਇੱਕ ਐਕਟਰ ਬਣਨ ਵਾਸਤੇ ਇਹ ਖੁਦਾਦਾਦ ਸਲਾਹੀਅਤ ਹੁੰਦੀ ਹੈ ਜਾਂ ਫਿਰ ਤੁਸੀਂ ਵਕਤ ਦੇ ਨਾਲ ਵੀ ਮਤਲਬ ਮਹਿਸੂਸ ਕਰਕੇ ਇਹਨੂੰ ਪਾਲਿਸ਼ ਵੀ ਕਰ ਸਕਦੇ ਹੋ? ਕੀ ਸਮਝਦੇ ਹੋ ਤੁਸੀਂ? ਦੇਖੋ ਜੀ ਮੇਰਾ ਜਿਹੜਾ ਪਰਸਨਲ ਆਬਜ਼ਰਵੇਸ਼ਨ ਹੈ ਔਰ ਜਿਹੜਾ ਮੇਰਾ ਐਨਾਲਿਸਿਸ ਹੈ, ਮੈਂ ਦੋਨੋਂ ਤਰ੍ਹਾਂ ਦੇ ਐਕਟਰ ਦੇਖੇ ਨੇ। ਪਤਾ ਨਹੀਂ ਹੁਣ ਕੋਈ ਮੇਰੇ ਨਾਲ ਐਗਰੀ ਕਰੇ ਨਾ ਕਰੇ, ਹਰ ਬੰਦਾ ਇਹ ਤੁਹਾਨੂੰ ਕਹਿੰਦਾ ਨਜ਼ਰ ਆਏਗਾ ਕਿ ਜੀ ਇਹ ਖੁਦਾਦਾਦ ਸਲਾਹੀਅਤ ਹੈ, ਜਾਂ ਐਕਟਰ ਹੁੰਦਾ ਹੈ ਜਾਂ ਨਹੀਂ ਹੁੰਦਾ। ਸਾਨੂੰ ਠਾਕੁਰ ਸਾਹਿਬ ਵੀ ਇਹ ਕਹਿੰਦੇ ਹੁੰਦੇ ਸਨ ਵੀ ਇਹ ਐਕਟਰ ਹੁੰਦਾ ਜਾਂ ਨਹੀਂ ਹੁੰਦਾ। ਇਹ ਵਿਚਕਾਰਲੀ ਗੱਲ ਕੋਈ ਨਹੀਂ ਹੁੰਦੀ। ਲੇਕਿਨ ਮੈਂ ਤਾਂ ਦੇਖੀ ਵਿਚਕਾਰਲੀ ਗੱਲ ਜਿਹੜੀ ਮੇਰੀ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੈਂ ਅੱਲਾ ਮਾਫ ਕਰੇ ਮੈਂ ਕੋਈ ਏਡਾ ਵੱਡਾ ਐਕਟਰ ਨਹੀਂ, ਲੇਕਿਨ ਮੈਂ ਦੇਖਿਆ ਕਿ ਉਹ ਵਿਚਾਰੇ ਐਕਟਰ ਨਹੀਂ ਨੇ, ਠੀਕ ਹੈ, लेकिन कर करके हाँ प्रैक्टिस करके आ के कुछ ना कुछ बन गए ने, मतलब बेहतर हाँ। लेकिन गल फिर होई है कि भी असल गल होई है कि अच्छा एक्टर ही बनेगा जिंदे च खुदा सलाहियत मौजूद, वो एक्टर तो बन जाएगा, एक्टर का नाम ही आ जाएगा, लोग पहचानेंगे भी, लेकिन वो बाकायदा अच्छा एक्टर नहीं कहला सकता। खास फ्लेवर जेड़ा है वो शायद नहीं आएगा ਜਦੋਂ ਤੱਕ ਉਹਦੇ ਚ ਕੋਈ ਖੁਦਾ ਦਾ ਸਲਾਹੀਅਤ ਨਹੀਂ ਹੋਏਗੀ। ਇੱਕ ਐਕਟਰ ਜਿਹੜਾ ਹੁੰਦਾ ਉਹਨੂੰ ਤੇ ਸਾਰੇ ਆਪਣੇ ਕੈਰੈਕਟਰ ਪਸੰਦ ਹੁੰਦੇ ਨੇ ਔਰ ਪਹਿਲਾ ਤੇ ਕੈਰੈਕਟਰ ਨਹੀਂ ਭੁੱਲਦਾ, ਉਹ ਤੇ ਹੋ ਗਈ ਗੱਲ ਡਿਟੇਲ ਨਾਲ, ਹੈ ਨਾ। ਉਸ ਤੋਂ ਬਾਅਦ ਵੀ ਕਈ ਤੁਸੀਂ ਕੈਰੈਕਟਰ ਕੀਤੇ, ਆਪਣਾ ਫੇਵਰਿਟ ਕੈਰੈਕਟਰ ਕਿਹੜਾ ਲੱਗਦਾ ਹੈ ਔਰ ਚੈਲੰਜਿੰਗ ਲੱਗਾ ਕਿ ਯਾਰ ਇਹ ਤੇ ਹੋ ਹੀ ਨਹੀਂ ਰਿਹਾ ਮੇਰੇ ਕੋਲੋਂ, ਜਾਂ ਫੜਿਆ ਨਹੀਂ ਜਾ ਰਿਹਾ ਕੈਰੈਕਟਰ, ਜਾਂ ਜੋ ਡਾਇਰੈਕਟਰ ਨੂੰ ਚਾਹੀਦਾ ਹੈ ਜਾਂ ਸਕ੍ਰਿਪਟ ਰਾਈਟਰ ਨੂੰ ਚਾਹੀਦਾ ਸ਼ਾਇਦ ਮੇਰੇ ਕੋਲ ਬਣ ਨਹੀਂ ਪਾ ਰਿਹਾ, ਜਾਂ ਮੈਨੂੰ ਕਰਕੇ ਬੜਾ ਮਜ਼ਾ ਆਇਆ ਯਾਰ ਇਹ ਮੈਂ ਚਾਹੁੰਦਾ ਸਾਂ, ਇਹ ਮੇਰੇ ਕੋਲ ਵਧੀਆ ਹੋ ਗਿਆ। ਉਹ ਇਸ ਤਰ੍ਹਾਂ ਹੋਇਆ ਡਾਇਲੌਗ ਵੀ ਸੁਣਾਂਗੇ। ਉਹ ਇਸ ਤਰ੍ਹਾਂ ਹੋਇਆ ਕਿ ਅਮਜਦ ਇਸਲਾਮ ਜੀ ਸਾਹਿਬ ਦਾ ਜਿਹੜਾ ਪਹਿਲਾ ਸੀਰੀਅਲ ਮੈਂ ਕੀਤਾ ਦਿਨ, ਹਾਂ, ਉਹਦੇ ਵਿੱਚ ਆਈ ਵਾਸ ਦ ਸਨ ਆਫ ਅ ਫਿਊਡਲ ਲਾਰਡ, ਅੱਛਾ, ਜਿਹੜਾ ਦਿਖਾਇਆ ਉਹਨਾਂ ਨੇ, ਉਹ ਸਨ ਮਹਿਮੂਦ ਅਸਲਮ ਸਾਹਿਬ, ਉਹ ਕਰ ਰਹੇ ਸਨ ਇੱਕ ਫਿਊਡਲ ਲਾਰਡ ਦਾ ਕੈਰੈਕਟਰ, ਠੀਕ ਹੈ। ਮੈਂ ਉਹਨਾਂ ਦਾ ਬੇਟਾ ਸੀ, ਸਰਦਾਰ ਮੁਸੱਵਰ ਮੇਰਾ ਨਾਮ ਸੀ। ਤੇ ਉਹ ਕਰੈਕਟਰ ਜਦੋਂ ਮੈਨੂੰ ਅਮਜਦ ਸਾਹਿਬ ਨੇ ਦਿੱਤਾ ਔਰ ਸੁਣਾਇਆ ਮੈਨੂੰ ਉਹਨਾਂ ਨੇ, ਤੇ ਮੈਨੂੰ ਇਹ ਲੱਗਾ ਕਿ ਮੇਰੇ ਕੋਲ ਨਹੀਂ ਹੋਣਾ ਔਰ ਮੇਰਾ ਕਰੈਕਟਰ ਹੀ ਨਹੀਂ, ਉਹ ਨੈਗੇਟਿਵ ਸੀ, ਠੀਕ ਹੈ। ਅੱਛਾ, ਮੈਨੂੰ ਉਹ ਸਮਝਦੇ ਸਨ ਕਿ ਜਿਹੜੇ ਪਹਿਲੇ ਸ਼ੁਰੂ ਜਦੋਂ ਮੈਂ ਆਇਆ ਪ੍ਰੋਡਿਊਸਰਸ, ਇੱਕ ਹੁੰਦਾ ਨਾ ਉਹਨਾਂ ਦਾ ਇੱਕ ਇਮੇਜ ਐਕਟਰ ਦੇ ਬਾਰੇ ਚ ਕਿ ਪੋਜ਼ਿਟਿਵ ਕਰੈਕਟਰ ਕਰ ਸਕਦਾ, ਉਹ ਵੀ ਮੈਂ ਸੁਣਿਆ ਸੀ ਪੋਜ਼ਿਟਿਵ ਕਰੈਕਟਰ, ਇਨੋਸੈਂਟ ਫੇਸ ਹੈ। ਹੁਣ ਇਨੋਸੈਂਟ ਫੇਸ ਨੈਗੇਟਿਵ ਕਰੈਕਟਰ ਨਹੀਂ ਕਰ ਸਕਦਾ, ਸਾਡੇ ਖਿਆਲ ਵਿੱਚ ਇਹੀ ਸੀ। ਅਮਜਦ ਸਾਹਿਬ ਨੇ ਮੈਨੂੰ ਨੈਗੇਟਿਵ ਦੇ ਦਿੱਤਾ। ਜਦੋਂ ਮੈਂ ਉਹਨਾਂ ਨੂੰ ਪੂਰਾ ਕਰੈਕਟਰ ਦੱਸਿਆ, ਉਹ ਦੱਸਦੇ ਹੁੰਦੇ ਸਨ, ਫਿਰ ਰਿਹਰਸਲ ਹੁੰਦੀਆਂ ਸਨ, ਸਾਰੇ ਸਕ੍ਰਿਪਟ ਸਾਡੇ ਸਾਹਮਣੇ ਹੁੰਦੇ ਸਨ, ਸਭ ਪਤਾ ਲੱਗ ਜਾਂਦਾ ਸੀ ਕਿੰਨੇ ਕੀ ਕਰੈਕਟਰ ਬੋਲਣਾ ਹੈ। ਤੇ ਮੈਂ ਪਰੇਸ਼ਾਨ ਹੋ ਗਿਆ, ਮੈਂ ਕਿਹਾ ਅਮਜਦ ਸਾਹਿਬ ਇਹ ਤਾਂ ਮੇਰੇ ਕੋਲ ਨਹੀਂ ਹੋਣਾ। ਕਿਉਂ? ਮੈਂ ਕਿਹਾ ਨੈਗੇਟਿਵ ਕਰੈਕਟਰ ਹੈ ਤੇ ਫਿਰ ਨੈਗੇਟਿਵ ਫਿਰ ਕਰੈਕਟਰ ਨਹੀਂ ਹੁੰਦਾ। ਯਾਰ ਕੀ ਹੋ ਗਿਆ ਤੈਨੂੰ? ਇੱਥੇ ਤੈਨੂੰ ਮੈਂ ਬਹੁਤ ਅੱਛਾ ਕਰੈਕਟਰ ਦਿੱਤਾ, ਤੈਨੂੰ ਅੰਦਾਜ਼ਾ ਨਹੀਂ ਇਸ ਗੱਲ ਦਾ। ਮੈਂ ਕਿਹਾ ਜੀ ਯਕੀਨ ਹੈ ਮੈਨੂੰ ਨਹੀਂ ਅੰਦਾਜ਼ਾ, ਮੈਂ ਤਾਂ ਪਹਿਲਾ ਸੀਰੀਅਲ ਹੈ। ਉਹਨਾਂ ਕਿ ਤੂੰ ਦੇਖ ਸਹੀ, ਤੂੰ ਕਰ, ਤੂੰ ਕਰੇਗਾ ਬਹੁਤ ਅੱਛਾ ਕਰੇਗਾ, ਤੂੰ, ਮੈਨੂੰ ਪਤਾ ਤੂੰ ਬਹੁਤ ਅੱਛਾ ਕਰੇਗਾ। ਮੈਂ ਕਿਹਾ ਅੱਛਾ ਜੀ। ਮੈਂ ਕੀਤਾ। ਤੁਸੀਂ ਯਕੀਨ ਕਰੋ ਕਿ ਮੇਰਾ ਨਾ ਤੀਸਰੇ ਐਪੀਸੋਡ 'ਚ ਐਂਟਰੀ ਸੀ ਉਹਦੇ 'ਚ ਦਿਨ 'ਚ, ਤੇ ਮੈਂ ਉਹਦੇ 'ਚ ਡਰੈਸਿਸ ਅੱਛੀ ਸਿਲੈਕਸ਼ਨ ਹੋ ਗਈ। ਮੈਂ ਉਹਦੇ 'ਚ ਉਹ ਇੱਕ ਡਰੈਸ ਨਾ ਜਿਹਨੂੰ ਜੋਧਪੁਰੀ ਵੀ ਕਹਿੰਦੇ ਨੇ ਔਰ ਚਾਈਨੀਜ਼ ਵੀ ਕਹਿੰਦੇ ਨੇ, ਉਹ ਕੋਟ ਹੁੰਦਾ ਬੈਨ ਵਾਲਾ, ਬੈਨ ਵਾਲਾ ਕੋਟ, ਤੇ ਉਹਦੇ 'ਚ ਮੈਂ ਨਾ ਉਹ ਚੇਨਸ ਵਗੈਰਾ ਪਾ ਕੇ, ਥੱਲੋਂ ਖੁੱਸਾ ਪਾ ਕੇ, ਇਹ ਮੇਰੇ ਕੋਲ ਆਲਰੇਡੀ ਵਾਰਡਰੋਬ ਹੈ ਸੀ। ਅੱਛਾ, ਸ਼ਾਲਸ ਮੇਰੇ ਕੋਲ ਬੜੀ ਅੱਛੀਆਂ ਸਨ, ਆਦੀਆਂ ਬਣੀਆਂ, ਉਹ ਮੈਂ ਸਾਰੀਆਂ ਉਹਦੇ 'ਚ ਯੂਟਿਲਾਈਜ਼ ਕੀਤੀਆਂ। ਤੇ ਉਹ ਜਦੋਂ ਪਹਿਲੇ ਦਿਨ ਹੀ ਆਇਆ ਤੇ ਪਹਿਲੇ ਦਿਨ ਹੀ ਅਜੀਬ ਰਿਸਪੌਂਸ, ਮੈਂ ਤਾਂ ਪਰੇਸ਼ਾਨ ਹੋ ਗਿਆ। ਮਤਲਬ ਇਤਨਾ ਅੱਛਾ ਰਿਸਪੌਂਸ, ਈਵਨ ਟੀਵੀ ਤੇ ਜਿਹੜੇ ਲੋਕ ਕੰਮ ਕਰ ਰਹੇ ਸਨ, ਜਿਹੜੇ ਲੋਕ ਸਾਡੇ ਭਾਈ ਦੋਸਤ ਸਾਡੇ ਨਾਲ ਕੰਮ ਕਰਦੇ ਨੇ, ਸਹੀ, ਪੂਰੀ ਇੱਕ ਟੀਮ, ਇਹ ਬੜੇ ਮਾਸਟਰ ਹੁੰਦੇ ਨੇ, ਇਹ ਬੜਾ ਪਛਾਣਦੇ ਨੇ ਕਰੈਕਟਰ ਨੂੰ ਵੀ, ਐਕਟਰ ਨੂੰ ਵੀ। ਸਭ ਤੋਂ ਵੱਡੇ ਨਕਾਦ ਵੀ ਇਹੀ ਹੁੰਦੇ ਨੇ। ਸਹੀ,
ਕਿਉਂਕਿ ਇਹਨਾਂ ਨੇ ਬੜਾ ਕੰਮ ਕੀਤਾ ਨਾ, ਬੜੇ ਬੜੇ ਐਕਟਰਾਂ ਨਾਲ ਕੈਮਰੇ ਦੇ ਪਿੱਛੇ ਜਿਹੜੇ ਲੋਕ ਨੇ ਜਿਹੜੇ ਉੱਤੇ ਬੈਠੇ ਨੇ, ਕਈ ਬਿਲਕੁਲ ਐਕਟਰਸ ਦੀ ਸਹੀ। ਜਰਨੀ ਵੇਖੀ ਹਾਂ ਜੀ, ਇਹਨਾਂ ਨੂੰ ਬੜਾ ਪਤਾ ਹੁੰਦਾ ਹੈ। ਜਦੋਂ ਮੈਨੂੰ ਇਹਨਾਂ ਕੋਲੋਂ ਦਾਦ ਮਿਲੀ ਨਾ ਪਹਿਲੇ ਦਿਨ ਦੇ ਐਪੀਸੋਡ ਤੇ, ਅੱਛਾ ਮੈਂ ਮਤਲਬ ਕਿ ਹੌਸਲਾ ਆਈ ਵਾਸ ਵਧੀਆ। ਅਮੇਜ਼ਡ, ਮਤਲਬ ਆਈ ਕੁਡਨਟ ਇਮੇਜਿਨ ਕਿ ਯਾਰ ਅੱਛਾ ਇੰਨਾ ਅੱਛਾ। ਮੈਂ ਅਮਜਦ ਸਾਹਿਬ ਨੂੰ ਜਾ ਕੇ ਕਿਹਾ, ਅਮਜਦ ਸਾਹਿਬ ਯੂ ਵਰ ਰਾਈਟ, ਤੁਸੀਂ ਠੀਕ ਹੋ। ਉਹਨੇ ਕਿਹਾ ਤੈਨੂੰ ਪਤਾ ਅੱਗੇ ਜਾ ਕੇ ਦੇਖੀ ਹੁੰਦਾ ਕਿ ਫਿਰ ਉਹ ਕਰੈਕਟਰ ਇੰਨਾ ਐਪਰੀਸ਼ੀਏਟ ਹੋਇਆ ਨੈਗੇਟਿਵ ਹੋਣ ਦੇ ਬਾਵਜੂਦ। ਮਤਲਬ ਇੰਨਾ ਅੱਛੇ ਤਰੀਕੇ ਨਾਲ ਹਾਂ ਤੁਸੀਂ ਉਹਨੂੰ ਹੋ ਨਿਭਾਇਆ। ਗਿਆ, ਮਤਲਬ ਠੀਕ ਹੋ ਹੈ। ਗਿਆ, ਉਹ ਅੱਲਾ ਦਾ ਸ਼ੁਕਰ ਹੈ ਮੇਰੇ ਕੋਲ ਅੱਛਾ ਹੋ ਗਿਆ। ਉਹ ਯਕੀਨਨ ਜਿਹੜੇ ਨਾਲ ਸਾਡੇ ਕੋਲੀਗ ਸਨ ਸੀਨੀਅਰ, ਉਹਨਾਂ ਦੀ ਮੁਹੱਬਤ ਸੀ, ਮੇਰਾ ਸ਼ੌਕ ਵੀ ਸੀ, ਫਿਰ ਉਹ ਬੜਾ ਅੱਛਾ ਹੋ ਗਿਆ। ਲੋਕਾਂ ਨੂੰ ਅੱਜ ਵੀ ਯਾਦ ਸਹੀ। ਹੈ। ਮੈਨੂੰ ਹੁਣ ਵੀ ਕਈ ਲੋਕ ਮਿਲਦੇ ਨੇ, ਤੁਸੀਂ ਮੈਂ ਹੈਰਾਨ ਹੋ ਜਾਂਦਾ ਕਿ ਉਹ 22 ਸਾਲ ਪੁਰਾਣੀ ਗੱਲ ਹੋਏਗੀ, ਇਸ ਤੋਂ ਵੀ ਜ਼ਿਆਦਾ। तो मैं जो दिन का ना लैके कहते हैं सरदार मुसव्वर का करैक्टर हमें आज भी याद है, तो मैं हैरान हो जाता। ਤੁਸੀਂ ਅਦਾਕਾਰੀ ਸਿਲਵਰ ਸਕਰੀਨ ਤੇ ਵੀ ਕੀਤੀ, ਟੀਵੀ ਤੇ ਵੀ ਕੀਤੀ। ਆਪਣਾ ਪਸੰਦੀਦਾ ਤੁਸੀਂ ਐਕਟ ਦੱਸ ਦਿੱਤਾ ਕਿ ਕਿਹੜਾ ਕਿਰਦਾਰ ਤੁਹਾਡਾ ਬਹੁਤ ਪਸੰਦੀਦਾ ਸੀ। ਕੋਈ ਡਾਇਲੋਗ ਜਿਹੜਾ ਤੁਹਾਨੂੰ ਅੱਜ ਵੀ ਯਾਦ ਹੋਏ ਤੇ ਤੁਸੀਂ ਸਾਡੇ ਨਾਲ ਤੇ ਆਪਣੇ ਚਾਹਣ ਵਾਲਿਆਂ ਨਾਲ ਜਿਹੜਾ ਇਸ ਟਾਈਮ ਵੰਡਣਾ ਚਾਹੋ ਕਿ ਇਹ ਡਾਇਲੋਗ ਜਿਹੜਾ ਮੇਰੇ ਦਿਲ ਦੇ ਬੜੇ ਕਰੀਬ ਸੀ ਜਾਂ ਮੈਨੂੰ ਬੜਾ ਪਸੰਦ ਸੀ? कोई इस तरह मैंने कोई डायलॉग ऐसे नहीं पसंद रहे ਜਿਹੜੇ ਮੈਨੂੰ ਬਹੁਤ ਯਾਦ ਵੀ ਰਹਿ ਗਏ ਹੁਣ। ਬਹਰਹਾਲ ਉਹਦੇ ਡਾਇਲੌਗ ਬਹੁਤ ਅੱਛੇ ਸਨ ਦਿਨ ਦੇ। ਅੱਛਾ। और फिर उस सुबह इनकार अमजद सलाम जो साहब का इनकार, उनके डायलॉग बहुत अच्छे सन। तो वो कोई ऐसी मेरा ख्याल है एक डायलॉग जिंदे वो वसीम अब्बास साहब साढ़े उदों मुलाजम दिखाए सन। तो एक जी मेरी सिस्टर सी ਉਹਨੂੰ मैं समझा रहा कि भी ਜਿਹੜੇ नौकर ने उन्होंने नौकर की जगह ਤੇ रखना चाहिए। अच्छा। तो अयूब खावर साहब साढ़े डायरेक्टर सन, उन्होंने कहा कि आओ पीछे से आओ, इसके सर पे हाथ रखो और इसको समझाना है तुमने कि जो नौकर हैं उनको एक डिस्टेंस पे रखें। जो डायलॉग थे अच्छा। ਉਹਦੇ 'ਚ ਫਿਰ ਇੱਕ ਡਾਇਲੌਗ ਸੀ ਕਿ ਉਹ ਅੱਗੋਂ ਮੈਨੂੰ ਆਰਗੂ ਕਰਨ ਦੀ ਕੋਸ਼ਿਸ਼ ਕਰਦੀ ਤੇ ਮੈਂ ਕਹਿੰਦਾ ਦੇਖੋ ਗਧਾ ਗਧਾ ਹੋਤਾ ਹੈ ਔਰ ਘੋੜਾ ਘੋੜਾ ਹੋता है। सही। ਸਾਨੂੰ तो पहले दसिया जाता सी कि आपने पहले इस तरह चलना है, ये आपका पॉइंट होगा जहां आपने आके बहुत ज़्यादा ब्रस्ट करना है या लाउड होना है या कहीं जाके आपने उससे पहले नहीं हो जाना आपने। तो वो करैक्टर ਦੀ ਇੱਕ ਡਿਵੈਲਪਮੈਂਟ ਦੱਸੀ ਜਾਂਦੀ ਸੀ, ਇਹ ਡਿਵੈਲਪਮੈਂਟ ਨੇ ਤੁਸੀਂ ਇਹਨੂੰ ਇਸ ਤਰ੍ਹਾਂ ਲੈ ਕੇ ਚੱਲਣਾ ਹੈ ਤੇ ਮਜ਼ਾ ਆਏਗਾ ਤੁਹਾਡੀ ਉਸ ਗੱਲ ਦਾ। ਸਹੀ। ਹੁਣ ਪਤਾ ਹੀ ਨਹੀਂ ਸਾਨੂੰ ਕਿ ਅੱਗੇ ਜਾ ਕੇ ਕੀ ਹੋਣਾ। ਸੋ ਉਹ ਗੱਲ ਤਾਂ ਨਹੀਂ ਰਹਿ ਗਈ। ਠੀਕ ਹੈ। ਜਿਹੜੀ ਚਾਸ਼ਨੀ ਡਰਾਮੇ ਦੇ ਵਿੱਚ ਸੀ ਨਾ, ਜਿਹੜੀ ਲੋਕਾਂ ਨੂੰ ਪਕੜਦੀ ਸੀ, ਪਕੜਦੀ ਜਿਹੜਾ ਸੀ, ਤੁਸੀਂ ਸੁਣਦੇ ਹੋ ਕਿ ਆ ਬਾਜ਼ਾਰ ਬੰਦ, ਦੁਕਾਨਾਂ ਬੰਦ, ਉਹ ਪਕੜ ਤਾਂ ਨਹੀਂ ਰਹੇਗੀ ਡਰਾਮੇ ਦੀ। ਲੇਕਿਨ ਇਹ ਹੈ ਕਿ ਡਰਾਮੇ ਦੇ ਵਿੱਚ ਕਿਧਰੇ ਕਿਧਰੇ ਅੱਛਾ ਡਰਾਮਾ ਵੀ ਬਣ ਰਿਹਾ ਹੈ, ਬਹੁਤ ਅੱਛਾ ਡਰਾਮਾ ਬਣ ਰਿਹਾ ਹੈ, ਲੇਕਿਨ ਜ਼ਿਆਦਾਤਰ ਉਸ ਲੈਵਲ ਤੇ ਨਹੀਂ ਜਾ ਰਿਹਾ ਜਿਹੜੇ ਲੈਵਲ ਤੇ ਜਾਣਾ ਚਾਹੀਦਾ ਹੈ। ਬਿਲਕੁਲ ਅਸੀਂ ਉਮੀਦ ਰੱਖਦੇ ਹਾਂ ਕਿ ਸਾਡਾ ਡਰਾਮਾ ਦੁਬਾਰਾ ਉਸੇ ਹੀ ਅੱਲਾ ਕਰੇ ਰੌਣਕਾਂ ਵੇਖੇ, ਉਹ ਸੁਨਹਿਰੀ ਦੌਰ ਵੇਖੇ ਔਰ ਫਿਰ ਸਾਡੀ ਫਿਲਮ ਇੰਡਸਟਰੀ ਔਰ ਸਪੈਸ਼ਲੀ ਪੰਜਾਬੀ ਫਿਲਮ ਇੰਡਸਟਰੀ ਵੀ ਵਾਪਸ ਆ ਜਾਏ ਔਰ ਵਧੀਆ ਗੀਤ ਅਸੀਂ ਸੁਣ ਸਕੀ। ਸਾਡੇ ਜਿਹੜੇ ਪੇਂਟਰ ਨੇ ਉਹਨਾਂ ਨਾਲ ਵੱਧਨੇ ਆ। ਆਖਰੀ ਵਰਡ ਤੁਸੀਂ ਵੀ ਦੇ ਦਿਓ। ਗੀਤ ਸੁਣਾਣਗੇ ਸਾਨੂੰ? ਇਹ ਗੀਤ ਅਗਲੇ ਕਿਸੇ ਸ਼ੋਅ 'ਚ ਸੁਣਾਣਗੇ। ਹਾਂ, ਰਿਆਜ਼ ਨਹੀਂ ਕੀਤਾ। ਰਿਆਜ਼ ਇਹਨਾਂ ਨੇ ਨਹੀਂ ਕੀਤਾ। ਬੜਾ ਵਧੀਆ ਲੱਗਾ ਤੁਸੀਂ ਇਹ ਜਿਹੜਾ ਮੰਜ਼ਰ ਸਾਡੇ ਸਾਹਮਣੇ ਦਿੱਤਾ ਔਰ ਸਾਡੇ ਨਾਲ ਸਾਂਝ ਬਣਾਈ। ਔਰ ਫਿਰ ਕਿਸੇ ਪ੍ਰੋਗਰਾਮ ਵਿੱਚ ਤੁਹਾਨੂੰ ਦਾਵਤ ਦਾਂਗੇ ਇਸੇ ਤਰ੍ਹਾਂ ਦਾ ਕੋਈ ਪਿੰਡ, ਕੋਈ ਸ਼ਹਿਰ, ਕੋਈ ਹੋਰ ਪੰਜਾਬ ਦਾ ਇਲਾਕਾ ਸਾਡੇ ਲਈ ਲੈ ਕੇ ਆਣਾ ਤਾਂ ਕਿ ਸਾਨੂੰ ਵਧੀਆ ਲੱਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਤੇ ਸਰ ਤੁਹਾਡਾ ਵੀ ਬਹੁਤ ਜ਼ਿਆਦਾ ਸ਼ੁਕਰੀਆ, ਤੁਸੀਂ ਵੀ ਕਾਫੀ ਜ਼ਿਆਦਾ ਸਾਨੂੰ ਟਾਈਮ ਦਿੱਤਾ। ਅਗਲੇ ਫਿਰ ਕਿਸੇ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਇੱਥੋਂ ਸ਼ੁਰੂ ਕਰਾਂਗੇ। ਵਾਲੀਆਂ ਗੱਲਾਂ ਹੋ ਗਈਆਂ ਨੇ, ਇਸ ਤੋਂ ਅਗਲੀ ਕਹਾਣੀ ਬਿਲਕੁਲ ਕਿ ਉਹ ਫਿਊਚਰ ਵਾਲੀਆਂ ਗੱਲਾਂ ਕਰਾਂਗੇ। ਜੀ ਨਾਜ਼ਰੀਨ, ਇਹ ਸਾਡੇ ਐਕਟਰ ਵੀ ਸਾਡੇ ਨਾਲ ਮੌਜੂਦ ਸਨ, ਸ਼ਾਮੀਰ ਸਾਹਿਬ, ਔਰ ਪੇਂਟਰ ਦੀ ਤੁਸੀਂ ਪੇਂਟਿੰਗ ਵੇਖ ਲਈ ਔਰ ਸ਼ੋਅ ਵੀ ਤੁਸੀਂ ਵੇਖ ਲਿਆ। ਯਕੀਨੀ ਤੌਰ ਤੇ ਤੁਹਾਨੂੰ ਚੰਗਾ ਲੱਗਾ ਹੋਏਗਾ। ਖਤ ਪੱਤਰ, ਚਿੱਠੀ ਜ਼ਰੂਰ ਪਾਣਾ, ਈਮੇਲ ਪਾਣਾ, ਸਾਨੂੰ ਦੱਸਣਾ ਕਿ ਤੁਸੀਂ ਹੋਰ ਕਿਹੜੇ ਮਹਿਮਾਨ ਨੂੰ ਵੇਖਣਾ ਚਾਹੁੰਦੇ ਹੋ। ਔਰ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲੇ ਇੱਕ ਸ਼ੇਰ ਅਸੀਂ ਦੁਹਰਾ ਦਿੰਦੇ ਹਾਂ, ਵਧੀਆ ਲੱਗਦਾ, ਅੱਜ ਵੀ ਦੁਹਰਾਵਾਂਗੇ ਕਿ ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ।